ਕਹਿਣੀ ਚਾਹੁੰਦਾ ਕਿ ਜਿਹੜਾ ਡੇਰਾ ਬਿਆਸ ਆ ਉਹ ਸਾਡੇ ਪੰਥਕ ਮੁੱਦਿਆਂ ਦੇ ਵਿੱਚ ਕਿਸੇ ਤਰ੍ਹਾਂ ਦੀ ਦਖਲਅੰਦਾਜ਼ੀ ਨਹੀਂ ਕਰਦਾ, ਇੰਟਰਫੇਰੈਂਸ ਨਹੀਂ ਕਰਦਾ। ਜਿਹੜਾ ਪਰਸੋਂ ਉਹਨਾਂ ਦਾ ਇਸ ਇਲਾਕੇ ਦੇ ਵਿੱਚ ਆਉਣਾ ਸੀਗਾ, ਉਹ ਉਹਨਾਂ ਦਾ ਆਪਣੇ ਸੈਂਟਰ ਦੇ ਵਿਖੇ ਉੱਥੇ ਆਏ ਸੀ, ਆਪਣੇ ਨਾਨਕਾ ਨਗਰ ਵਿਖੇ ਆਏ ਸੀਗੇ। ਤਾਂ ਉੱਥੋਂ ਇੱਥੇ ਗੁਰਦੁਆਰਾ ਦਾਦੂ ਸਾਹਿਬ ਵਿਖੇ ਮੱਥਾ ਟੇਕਣ ਆ ਕੇ ਤੇ ਉਹਨਾਂ ਨਾਲ ਮੁਲਾਕਾਤ ਹੋਈ ਹੈ। ਇਹਦੇ ਨਾਲ ਪੰਥਕ ਮੁੱਦਿਆਂ ਦਾ ਕਿਸੇ ਤਰ੍ਹਾਂ ਦਾ ਕੋਈ ਸਰੋਕਾਰ ਨਹੀਂ। ਬਹੁਤ ਜ਼ਿਆਦਾ ਜਵਾਨੀ ਬਰਬਾਦ ਹੋ ਰਹੀ ਹੈ, ਘਰਾਂ ਦੇ ਘਰ ਬਰਬਾਦ ਹੋ ਰਹੇ ਨੇ। ਜਿਹੜੇ ਬਜ਼ੁਰਗਾਂ ਨੂੰ ਆਪਣੇ ਪੁੱਤਰਾਂ ਦੀਆਂ ਲਾਸ਼ਾਂ ਨੂੰ ਮੋਢਾ ਦੇਣਾ ਪੈ ਰਿਹਾ, ਜਾਂ ਜਿਹੜੇ ਘਰਾਂ ਦੇ ਚਿਰਾਗ ਬੁਝ ਰਹੇ ਨਸ਼ਿਆਂ ਦੇ ਕਾਰਨ, ਇੱਕ ਬਹੁਤ ਵੱਡੀ ਸਮੱਸਿਆ। ਤਾਂ ਉਹਦੇ ਬਾਰੇ ਉਹਨਾਂ ਨਾਲ ਡਿਸਕਸ ਜ਼ਰੂਰ ਹੋਈ ਕਿ ਇਹਨਾਂ ਨਸ਼ਿਆਂ ਦੀ ਰੋਕਥਾਮ ਵਾਸਤੇ ਸਾਨੂੰ ਹੋਰ ਉਪਰਾਲੇ ਕਰਨੇ ਚਾਹੀਦੇ ਆ। ਵਿਧਾਨ ਸਭਾ ਦੀਆਂ ਚੋਣਾਂ 5 ਸਾਲ ਬਾਅਦ ਹੋ ਜਾਂਦੀਆਂ, ਪਾਰਲੀਮੈਂਟ ਦੀਆਂ 5 ਸਾਲ ਬਾਅਦ ਹੋ ਜਾਂਦੀਆਂ, ਤੇ 11 ਸਾਲ ਕਿਉਂ ਲੱਗੇ ਆ? ਬੀਬੀ ਜਗੀਰ ਕੌਰ ਨੇ ਗੱਲ ਕੀਤੀ, ਭਾਵੇਂ ਕਿ ਪਹਿਲਾਂ ਬੀਬੀ ਜਗੀਰ ਕੌਰ ਵੀ ਉਸੇ ਲਿਫਾਫਾ ਕਲਚਰ ਦੇ ਵਿੱਚੋਂ ਬਣਦੇ ਰਹੇ ਆ, 3-4 ਵਾਰ ਉਹ ਪਹਿਲਾਂ ਬਣੇ ਆ, ਪਰ ਚਲੋ ਦੇਰ ਆਏ ਦਰੁਸਤ ਆਏ। ਅੱਜ ਉਹਨਾਂ ਨੇ ਇਸ ਲਿਫਾਫਾ ਕਲਚਰ ਦਾ ਵਿਰੋਧ ਕੀਤਾ, ਸੱਚਾਈ ਨੂੰ ਸਮਝਿਆ, ਹੋਵੇ। ਪਰ ਅੱਜ ਜਿਹੜੀ ਗੱਲ ਉਹਨਾਂ ਨੇ ਕੀਤੀ ਹੈ ਲਿਫਾਫਾ ਕਲਚਰ ਨੂੰ ਖਤਮ ਕਰਨ ਦੀ, ਅਸੀਂ ਉਹਦੀ ਸ਼ਲਾਘਾ ਕਰਦੇ ਹਾਂ। ਪੰਥਕ ਮੁੱਦਿਆਂ ਤੇ ਵੱਖ-ਵੱਖ ਹਸਤੀਆਂ ਵੱਲੋਂ, ਸਿੱਖ ਸੰਸਥਾਵਾਂ ਵੱਲੋਂ, ਪੰਥਕ ਜਥੇਬੰਦੀਆਂ ਵੱਲੋਂ ਜਿਹੜੇ ਮੁੱਦਿਆਂ ਤੇ ਸੰਕਟ ਬਣਿਆ ਹੋਇਆ ਹੈ, ਪੰਥ ਨੂੰ ਕਿਵੇਂ ਸੰਕਟ 'ਚੋਂ ਕੱਢਿਆ ਜਾ ਸਕਦਾ, ਚਾਹੇ ਸਿੱਖ ਸੰਸਥਾਵਾਂ, ਉਹਨਾਂ ਦੇ ਰੁਤਬੇ ਦੀ ਗੱਲ ਹੋਵੇ, ਉਹਨਾਂ ਦੇ ਸਤਿਕਾਰ ਦੀ ਬਹਾਲੀ ਦੀ ਗੱਲ ਹੋਵੇ, ਇਹਨਾਂ ਮੁੱਦਿਆਂ 'ਤੇ ਜਦੋਂ ਚਰਚਾ ਹੁੰਦੀ ਹੈ ਤਾਂ ਜਿਹੜੇ ਗਿਣੇ ਚੁਣੇ ਨਾਂ ਸਾਡੇ ਸਾਹਮਣੇ ਇਹਨਾਂ ਸੰਸਥਾਵਾਂ ਵੱਲੋਂ ਆਉਂਦੇ ਹੈ, ਉਹਨਾਂ 'ਚੋਂ ਇੱਕ ਵੱਡਾ ਨਾਂ ਹੈ ਹਰਿਆਣਾ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਜੀ ਨੇ ਪੰਥਕ ਮਾਮਲਿਆਂ 'ਤੇ ਕੱਲ੍ਹ ਹੀ ਡੇਰਾ ਬਿਆਸ ਮੁਖੀ ਦੇ ਨਾਲ ਆਪਣੇ ਗੁਰਦੁਆਰਾ ਸਾਹਿਬਾਨ ਜਿੱਥੇ ਉਹਨਾਂ ਦਾ ਨਿਵਾਸ ਹੈ ਉੱਥੇ ਮੁਲਾਕਾਤ ਕੀਤੀ ਹੈ। ਪ੍ਰਧਾਨ ਮੰਤਰੀ ਵੀ ਹੋਰ ਕੁਝ ਦਿਨਾਂ ਨੂੰ ਡੇਰਾ ਬਿਆਸ ਦੇ ਦਰਸ਼ਨਾਂ ਲਈ ਬਾਬਾ ਜੀ ਦੇ ਨਾਲ ਮੁਲਾਕਾਤ ਕਰਨ ਲਈ ਆ ਰਿਹਾ ਹੈ। ਹਰਿਆਣਾ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਗੱਲ ਹੋਵੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਲਾਨਾ ਚੋਣ ਦੀ ਗੱਲ ਹੋਵੇ, ਉਹ ਵੀ ਜਿਹੜੇ ਅਗਲੇ ਹੋਰ ਕੁਝ ਦਿਨਾਂ ਨੂੰ 9 ਨਵੰਬਰ ਨੂੰ ਹੋਣ ਜਾ ਰਹੀ ਹੈ, ਜਨਰਲ ਇਜਲਾਸ ਦੀ ਗੱਲ ਹੋਵੇ, ਬਹੁਤ ਸਾਰੇ ਮੁੱਦਿਆਂ ਦੇ ਹੈ ਜਿਨ੍ਹਾਂ 'ਤੇ ਪੰਥ ਜਿਹੜਾ ਮੰਥਨ ਕਰ ਰਿਹਾ, ਇਹਨਾਂ ਮੁੱਦਿਆਂ ਨੂੰ ਰਿੜਕ ਰਿਹਾ ਕਿ ਆਖਰ ਕੀ ਇਹਨਾਂ ਮੁੱਦਿਆਂ ਤੋਂ ਕੋਈ ਸੇਧ ਬਣਦੀ ਹੈ। ਇਹਨਾਂ ਸਾਰੇ ਮਾਮਲਿਆਂ 'ਤੇ ਅਸੀਂ ਦਾਦੂਵਾਲ ਜੀ ਨੂੰ ਬੇਨਤੀ ਕੀਤੀ ਹੈ, ਜਿਹੜੇ ਸਾਡੇ ਨਾਲ ਪੈਨਲ ਤੇ ਚੈਨਲ 'ਤੇ ਜੁੜ ਚੁੱਕੇ ਆ। ਦਾਦੂਵਾਲ ਜੀ, ਮੇਰੇ ਦਰਸ਼ਕਾਂ ਵੱਲੋਂ, ਸਾਡੀ ਟੀਮ ਵੱਲੋਂ ਤੁਹਾਨੂੰ ਜੀ ਆਇਆਂ ਨੂੰ, ਸਵਾਗਤ ਹੈ ਤੁਹਾਡਾ ਬਹੁਤ-ਬਹੁਤ। ਸਿੱਧੂ ਸਾਹਿਬ, ਤੁਹਾਨੂੰ, ਤੁਹਾਡੀ ਸਾਰੀ ਟੀਮ ਨੂੰ ਤੇ ਸਾਰੇ ਸਰੋਤਿਆਂ ਨੂੰ ਸਤਿਕਾਰ ਸਹਿਤ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਦੂਵਾਲ ਸਾਹਿਬ, ਪਹਿਲਾ ਸਵਾਲ ਜਿੱਦਾਂ ਮੈਂ ਜ਼ਿਕਰ ਕੀਤਾ, ਇੱਕ ਦਿਨ ਪਹਿਲਾਂ ਤੁਸੀਂ ਡੇਰਾ ਬਿਆਸ ਮੁਖੀ ਬਾਬਾ ਜੀ ਨਾਲ ਮੁਲਾਕਾਤ ਕੀਤੀ ਹੈ, ਅਤੇ ਜੋ ਮੈਂ ਮੀਡੀਆ ਦੇ ਵਿੱਚ ਵਾਚਿਆ ਜਾਂ ਪੜ੍ਹਿਆ ਹੈ ਕਿ ਪੰਥਕ ਮੁੱਦਿਆਂ 'ਤੇ ਵਿਚਾਰਾਂ ਹੋਈਆਂ। ਇਸ ਵੇਲੇ ਪੰਥ ਦੇ ਵਿਖਰੇਵਿਆਂ ਨੂੰ ਲੈ ਕੇ ਬਹੁਤ ਵੱਡੀ ਚਿੰਤਨ ਤੇ ਚਿੰਤਾ ਦੇ ਕਾਰਨ ਬਣੇ ਹੋਏ ਹੈ। ਕਿਵੇਂ ਦੇਖਦੇ ਹੋ ਕਿ ਲੱਗਦਾ ਕਿ ਇਹੋ ਜਿਹੀਆਂ ਕੋਸ਼ਿਸ਼ਾਂ ਹੋ ਰਹੀਆਂ ਕਿ ਪੰਥ ਨੂੰ ਇੱਕ ਸੇਧ ਦਿੱਤੀ ਜਾ ਸਕੇ? ਦੇਖੋ ਸਿੱਧੂ ਸਾਹਿਬ, ਸਭ ਤੋਂ ਪਹਿਲੀ ਗੱਲ ਤਾਂ ਮੈਂ ਇਹ ਕਹਿਣੀ ਚਾਹੁੰਦਾ ਕਿ ਜਿਹੜਾ ਡੇਰਾ ਬਿਆਸ ਆ ਉਹ ਸਾਡੇ ਪੰਥਕ ਮੁੱਦਿਆਂ ਦੇ ਵਿੱਚ ਕਿਸੇ ਤਰ੍ਹਾਂ ਦੀ ਦਖਲਅੰਦਾਜ਼ੀ ਨਹੀਂ ਕਰਦਾ, ਇੰਟਰਫੇਰੈਂਸ ਨਹੀਂ ਕਰਦਾ ਜੀ। ਜਿਹੜਾ ਡੇਰਾ ਬਿਆਸ ਮੁਖੀ ਨੇ ਉਹ ਜਦੋਂ ਵੀ ਇਸ ਇਲਾਕੇ ਦੇ ਵਿੱਚ ਆਉਂਦੇ ਆ, ਉਹਨਾਂ ਦੇ ਇੱਥੇ ਨਾਨਕਾ ਨਗਰ ਹੈ, ਉਹਨਾਂ ਦੇ ਜਿਹੜੇ ਪਹਿਲੇ ਮੁਖੀ ਸੀਗੇ ਉਹਨਾਂ ਦਾ ਨਗਰ ਹੈ ਸਿਕੰਦਰਪੁਰ। ਤਾਂ ਉਹ ਸਿਕੰਦਰਪੁਰ ਜਦੋਂ ਵੀ ਉੱਥੇ ਉਹਨਾਂ ਦਾ ਬਹੁਤ ਵੱਡਾ ਸੈਂਟਰ ਹੈ, ਜਦੋਂ ਵੀ ਉੱਥੇ ਉਹ ਆਉਂਦੇ ਆ ਤਾਂ ਤਕਰੀਬਨ ਇੱਥੇ ਗੁਰਦੁਆਰਾ ਦਾਦੂ ਸਾਹਿਬ ਵਿਖੇ ਮੱਥਾ ਟੇਕਣ ਵਾਸਤੇ ਆ ਜਾਂਦੇ ਆ। ਤਾਂ ਜਦੋਂ ਇੱਥੇ ਗੁਰਦੁਆਰਾ ਸਾਹਿਬ ਆਉਂਦੇ ਆ ਤੇ ਇੱਥੇ ਮੁਲਾਕਾਤ ਹੁੰਦੀ ਹੈ। ਤੇ ਇਹ ਜਿਹੜਾ ਪਰਸੋਂ ਉਹਨਾਂ ਦਾ ਇਸ ਇਲਾਕੇ ਦੇ ਵਿੱਚ ਆਉਣਾ ਸੀਗਾ, ਉਹ ਉਹਨਾਂ ਦਾ ਆਪਣੇ ਸੈਂਟਰ ਦੇ ਵਿਖੇ ਉੱਥੇ ਆਏ ਸੀ, ਆਪਣੇ ਨਾਨਕਾ ਨਗਰ ਵਿਖੇ ਆਏ ਸੀਗੇ। ਤਾਂ ਉੱਥੋਂ ਇੱਥੇ ਗੁਰਦੁਆਰਾ ਦਾਦੂ ਸਾਹਿਬ ਵਿਖੇ ਮੱਥਾ ਟੇਕਣ ਆ ਗਏ ਤੇ ਉਹਨਾਂ ਨਾਲ ਮੁਲਾਕਾਤ ਹੋਈ ਹੈ। ਇਹਦੇ ਨਾਲ ਪੰਥਕ ਮੁੱਦਿਆਂ ਦਾ ਕਿਸੇ ਤਰ੍ਹਾਂ ਦਾ ਕੋਈ ਸਰੋਕਾਰ ਨਹੀਂ ਹੈ, ਨਾ ਹੀ ਡੇਰਾ ਬਿਆਸ ਮੁਖੀ ਕਦੇ ਵੀ ਸਾਡੇ ਪੰਥਕ ਮੁੱਦਿਆਂ ਦੇ ਵਿੱਚ ਕਦੇ ਉਹਨਾਂ ਨੇ ਦਖਲਅੰਦਾਜ਼ੀ, ਜਿੱਥੋਂ ਤੱਕ ਮੇਰੀ ਜਾਣਕਾਰੀ ਹੈ, ਉਹਨਾਂ ਨੇ ਕਦੇ ਨਹੀਂ ਕੀਤੀ, ਨਾ ਹੀ ਇਹਨਾਂ ਪੰਥਕ ਮੁੱਦਿਆਂ ਤੇ ਕਦੇ ਉਹਨਾਂ ਨਾਲ ਕੋਈ ਵਿਚਾਰ ਚਰਚਾ ਜਿਹੜੀ ਆ ਉਹ ਹੋਈ ਹੈ। ਜੀ, ਪੰਥਕ ਮੁੱਦਿਆਂ ਦੀ ਜਦੋਂ ਆਪਾਂ ਗੱਲ ਕਰਦੇ ਹਾਂ ਤਾਂ ਬਹੁਤ ਸਾਰੇ ਮਾਮਲੇ, ਪੰਥਕ ਮਾਮਲਿਆਂ ਨਾਲ SGPC ਦੀਆਂ ਇਲੈਕਸ਼ਨਾਂ, ਹੋਰ ਕਈ ਤੰਦਾਂ ਜੁੜ ਜਾਂਦੀਆਂ। ਮੈਂ ਸਿੱਧਾ ਜਿਹਾ ਸਾਫ਼ ਜਿਹੜਾ ਹੈਗਾ ਮੇਰਾ ਕਹਿਣ ਤੋਂ ਭਾਵ ਇਹ ਸੀਗਾ ਕਿ ਜਿਹੜਾ ਗੁਰੂ ਸਾਹਿਬਾਨ ਦੇ ਜਿਹੜੀ ਵਿਚਾਰ ਚਰਚਾ ਹੈ, ਉਹਨਾਂ ਦਾ ਜਿਹੜਾ ਵਿਚਾਰ ਆ, ਉਹਨਾਂ ਦਾ ਜਿਹੜਾ ਫਲਸਫਾ ਹੈ, ਕਿਸ ਤਰ੍ਹਾਂ ਜਿਹੜਾ ਸੰਗਤਾਂ ਨੂੰ ਉਹਦੇ ਨਾਲ ਹੋਰ ਜਿਹੜਾ ਹੈਗਾ ਸੰਕਟ 'ਚੋਂ ਕੱਢਿਆ ਜਾ ਸਕਦਾ ਹੈ ਜਾਂ ਚੰਗੀ ਸੇਧ ਦਿੱਤੀ ਜਾ ਸਕਦੀ ਹੈ, ਇਹਨਾਂ ਮਾਮਲਿਆਂ ਨੂੰ ਲੈ ਕੇ ਤਾਂ ਚਰਚਾ ਹੋ ਹੀ ਸਕਦੀ ਹੈ ਨਾ ਜੀ। ਇਹਦੇ 'ਚ ਮੈਂ ਸਮਝਦਾ ਕਿਸੇ ਧਿਰ ਦੀ ਗੱਲ ਨਹੀਂ ਕਰ ਰਹੇ ਆਪਾਂ।
ਨੇ ਬਿਲਕੁਲ ਸਿੱਧੂ ਸਾਹਿਬ, ਜਦੋਂ ਵੀ ਉਹ ਕਦੇ ਮੇਰੇ ਨਾਲ ਬੈਠਦੇ, ਜੇ ਮੈਂ ਚਾਹੇ ਡੇਰਾ ਬਿਆਸ ਜਾਵਾਂ ਜਾਂ ਚੰਡੀਗੜ੍ਹ ਜਾਂ ਇੱਥੇ ਗੁਰਦੁਆਰਾ ਦਾਦੂ ਸਾਹਿਬ, ਜਦੋਂ ਵੀ ਕਿਤੇ ਬੈਠਦੇ ਆ ਤੇ ਗੁਰਬਾਣੀ ਦੇ ਬਾਰੇ, ਗੁਰ ਇਤਿਹਾਸ ਦੇ ਬਾਰੇ, ਜਿਹੜੀਆਂ ਸਮਾਜ ਨੂੰ ਚੁਣੌਤੀਆਂ ਨੇ, ਜਿਸ ਤਰ੍ਹਾਂ ਆਪਣਾ ਨਸ਼ਿਆਂ ਦਾ ਬਹੁਤ ਜ਼ਿਆਦਾ ਪ੍ਰਕੋਪ ਹੈ, ਇਹਦੇ ਬਾਰੇ ਸਾਡੀ ਵਿਚਾਰ ਚਰਚਾ ਜ਼ਰੂਰ ਹੁੰਦੀ ਹੈ। ਕਿਉਂਕਿ ਜਿੱਥੇ ਅਸੀਂ ਸਾਡੀ ਗੁਰੂ ਬਾਣੀ, ਸਾਡਾ ਇਤਿਹਾਸ, ਸਾਡੀਆਂ ਰਹਿਤ ਮਰਿਆਦਾ, ਸਾਡੀਆਂ ਪਰੰਪਰਾਵਾਂ ਜਿਹੜੀਆਂ ਉਹ ਨਸ਼ਿਆਂ ਦੇ ਖਿਲਾਫ ਆ, ਤਾਂ ਇਸੇ ਤਰ੍ਹਾਂ ਜਿਹੜੀ ਸੰਸਥਾ ਡੇਰਾ ਬਿਆਸ ਤੇ ਪ੍ਰੇਰਦੇ ਆ। ਤਾਂ ਨਸ਼ੇ ਜਿਹੜੇ ਇਸ ਵੇਲੇ ਵੱਡੀ ਪੱਧਰ ਦੇ ਉੱਤੇ, ਜਿਸ ਤਰ੍ਹਾਂ ਤੁਸੀਂ ਦੇਖ ਰਹੇ, ਨਸ਼ਿਆਂ ਦੀ ਸਮਗਲਿੰਗ ਚੱਲ ਰਹੀ ਹੈ, ਨਸ਼ਿਆਂ ਦੇ ਨਾਲ ਬਹੁਤ ਜ਼ਿਆਦਾ ਜਵਾਨੀ ਬਰਬਾਦ ਹੋ ਰਹੀ ਹੈ, ਘਰਾਂ ਦੇ ਘਰ ਬਰਬਾਦ ਹੋ ਰਹੇ ਨੇ, ਜਿਹੜੇ ਬਜ਼ੁਰਗਾਂ ਨੂੰ ਆਪਣੇ ਪੁੱਤਰਾਂ ਦੀਆਂ ਲਾਸ਼ਾਂ ਨੂੰ ਮੋਢਾ ਦੇਣਾ ਪੈ ਰਿਹਾ, ਜਾਂ ਜਿਹੜੇ ਘਰਾਂ ਦੇ ਚਿਰਾਗ ਬੁਝ ਰਹੇ ਨਸ਼ਿਆਂ ਦੇ ਕਾਰਨ, ਇੱਕ ਬਹੁਤ ਵੱਡੀ ਸਮੱਸਿਆ। ਤਾਂ ਉਹਦੇ ਬਾਰੇ ਉਹਨਾਂ ਨਾਲ ਡਿਸਕਸ ਜ਼ਰੂਰ ਹੋਈ ਕਿ ਇਹਨਾਂ ਨਸ਼ਿਆਂ ਦੀ ਰੋਕਥਾਮ ਵਾਸਤੇ ਸਾਨੂੰ ਹੋਰ ਉਪਰਾਲੇ ਕਰਨੇ ਚਾਹੀਦੇ ਆ, ਯਤਨ ਕਰਨੇ ਚਾਹੀਦੇ ਆ। ਜੋ ਗੁਰਬਾਣੀ ਦਾ ਉਪਦੇਸ਼ ਹੈ, ਜੋ ਸਾਡੇ ਗੁਰ ਇਤਿਹਾਸ ਦਾ ਜਾਂ ਰਹਿਤ ਮਰਿਆਦਾ ਦਾ, ਸਾਡੇ ਰਹਿਤਨਾਮਿਆਂ ਦਾ, ਇਹਨਾਂ ਨਸ਼ਿਆਂ ਦੇ ਖਿਲਾਫ ਜੋ ਵੀ ਸਾਡੇ ਸਤਿਗੁਰੂ ਸਾਹਿਬਾਨਾਂ ਨੇ ਸਾਨੂੰ ਉਪਦੇਸ਼ ਦਿੱਤਾ, ਉਹਨੂੰ ਪ੍ਰਚਾਰਨ ਪ੍ਰਸਾਰਨ ਦੀ ਲੋੜ ਹੈ। ਇਹਦੇ ਵਾਸਤੇ ਜਿਹੜੀ ਸਾਡੀ ਵਿਚਾਰ ਚਰਚਾ ਅਕਸਰ ਹੁੰਦੀ ਹੈ ਜਦੋਂ ਵੀ ਬੈਠਦੇ ਆ। ਜਦੋਂ ਵੀ ਕਿਤੇ ਡੇਰਾ ਬਿਆਸ ਵਿੱਚ ਅਸੀਂ ਗੁਰਦੁਆਰਾ ਸਾਹਿਬ ਸਥਾਪਿਤ ਹੋਇਆ, ਜਿਹੜਾ 2011 ਵਿੱਚ, ਤੁਹਾਨੂੰ ਪਤਾ ਹੀ ਹੈ, ਤੇ ਉਸ ਗੁਰਦੁਆਰਾ ਸਾਹਿਬ ਦੇ ਦਰਸ਼ਨਾਂ ਲਈ ਜਾਈਦਾ, ਜਾਂ ਉਹਨਾਂ ਨਾਲ ਮੁਲਾਕਾਤ ਵਾਸਤੇ, ਜਾਂ ਉਹ ਇੱਥੇ ਆਉਂਦੇ ਆ, ਤਾਂ ਇਹ ਜਿਹੜੀਆਂ ਸਮਾਜਿਕ ਕੁਰੀਤੀਆਂ ਨੇ, ਉਹਨਾਂ ਬਾਰੇ ਵਿਚਾਰ ਚਰਚਾ ਜ਼ਰੂਰ ਹੁੰਦੀ ਹੈ ਵੀ ਇਹਦੀ ਰੋਕਥਾਮ ਆਪਾਂ ਨੂੰ ਚੰਗਾ ਸਮਾਜ ਸਿਰਜਣ ਵਾਸਤੇ, ਦੇਸ਼ ਕੌਮ ਧਰਮ ਦੀ ਸੇਵਾ ਵਾਸਤੇ, ਸਮਾਜ ਦੀ ਚੰਗੇ ਜਿਹੜੀ ਹੈਗੀ ਆ ਸਿਹਤ ਵਾਸਤੇ, ਸਮਾਜ ਦੀ ਭਲਾਈ ਦੇ ਵਾਸਤੇ ਜਿਹੜੀਆਂ ਗੱਲਾਂ ਬਾਤਾਂ ਨੇ, ਉਹ ਜ਼ਰੂਰ ਉਹਨਾਂ ਨਾਲ ਵਿਚਾਰ ਚਰਚਾ ਹੁੰਦੀ ਹੈ। ਜੀ ਬਿਲਕੁਲ, ਜਿੱਦਾਂ ਤੁਸੀਂ ਕਹਿ ਰਹੇ ਹੋ, ਜਿਹੜੀਆਂ ਸਾਡੀਆਂ ਇਸ ਤਰ੍ਹਾਂ ਦੀਆਂ ਸੰਸਥਾਵਾਂ ਹੈਗੀਆਂ, ਜਾਂ ਜਿਹੜੀਆਂ ਸਾਡੀਆਂ ਹਸਤੀਆਂ ਹੈਗੀਆਂ, ਗੁਰੂ ਫਲਸਫੇ ਦੇ ਮੁਤਾਬਕ ਚੱਲਦੀਆਂ, ਗੁਰੂ ਸਾਹਿਬ ਦੀ ਓਟ ਲੈ ਕੇ ਚੱਲਦੀਆਂ, ਸਮਾਜ ਦੇ ਜਿਹੜੀਆਂ ਬੁਰਾਈਆਂ ਜਾਂ ਕ੍ਰਿਤੀਆਂ ਉਹਨਾਂ ਨੂੰ ਦੂਰ ਕਰਨ ਦੇ ਲਈ ਕੋਈ ਇੱਦਾਂ ਦੀ ਵੀ ਕੋਈ ਸਮੁੱਚੀ ਸੇਧ ਅਪਣਾਈ ਜਾ ਸਕਦੀ ਹੈ। ਕਿਉਂਕਿ ਪਿਛਲੇ ਦਿਨਾਂ 'ਚ ਆਪਾਂ ਦੇਖਦੇ ਹਾਂ, ਜਿਸ ਤਰ੍ਹਾਂ ਨਸ਼ਿਆਂ ਦਾ ਪ੍ਰਕੋਪ, ਤੁਸੀਂ ਆਪ ਹੀ ਗੱਲ ਕਰ ਰਹੇ ਹੋ, ਹਰਿਆਣਾ ਦੀ ਗੱਲ ਕਰ ਲਈਏ, ਪੰਜਾਬ ਦੀ ਗੱਲ ਕਰ ਲਈਏ, ਜਾਂ ਆਪਣੇ ਗੁਆਂਢੀ ਸੂਬਿਆਂ ਦੀ ਗੱਲ ਕਰ ਲਈਏ, ਤਾਂ ਜਿਹੜੀਆਂ ਸੰਸਥਾਵਾਂ ਹੈਗੀਆਂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ, ਜਿੱਦਾਂ ਦੀਆਂ ਹੋਰ ਸੰਸਥਾਵਾਂ, ਉਹਨਾਂ ਨੂੰ ਜਿਹੜੀ ਭੂਮਿਕਾ ਨਿਭਾਈ ਜਾਣੀ ਚਾਹੀਦੀ ਸੀ, ਉਹ ਕਿਤੇ ਘਾਟ ਜਾਂ ਤਰੁੱਟੀਆਂ ਨਜ਼ਰ ਆਉਂਦੀਆਂ, ਜਿਹਦੇ ਕਰਕੇ ਐਡਾ ਵੱਡਾ ਜਿਹੜਾ ਹੈਗਾ ਨਸ਼ਿਆਂ ਦਾ ਪ੍ਰਕੋਪ, ਸਾਡੀ ਜਵਾਨੀ, ਸਾਰਾ ਕੁਝ ਰੁੜਿਆ ਜਾ ਰਿਹਾ, ਖਤਮ ਹੋ ਰਿਹਾ। ਦੇਖੋ ਸਿੱਧੂ ਸਾਹਿਬ, ਮੈਂ ਤਾਂ ਇੰਨਾ ਕਹਿ ਸਕਦਾ ਕਿ ਜਿੰਨਾ ਕੁ ਬਚਾ ਆ, ਜਿਸ ਤਰ੍ਹਾਂ ਉਹ ਕਹਿੰਦੇ ਨਾ, ਗਲਾਸ ਅੱਧਾ ਗਲਾਸ ਭਰਿਆ, ਅੱਧਾ ਗਲਾਸ ਖਾਲੀ ਹੈ ਜੀ। ਜੇ ਤੁਸੀਂ ਖਾਲੀ ਵਾਲਾ ਪਾਸਾ ਦੇਖੋ ਤੇ ਕਹੋ ਅੱਧਾ ਗਲਾਸ ਖਾਲੀ ਹੈ, ਜੇ ਅੱਧਾ ਭਰਿਆ ਵਾਲਾ ਦੇਖੋ ਤੇ ਤੁਸੀਂ ਕਹਿ ਸਕਦੇ ਕਿ ਅੱਧਾ ਗਲਾਸ ਭਰਿਆ ਹੋਇਆ। ਬਿਲਕੁਲ। ਇਹ ਕੁਰੀਤੀਆਂ ਬਾਰੇ ਮੈਂ ਇੰਨਾ ਕੁ ਕਹਿ ਸਕਦਾ ਵਾਂ ਕਿ ਜਿੰਨਾ ਕੁ ਬਚਾਅ ਆ ਇਹਨਾਂ ਸੰਸਥਾਵਾਂ ਦੇ ਕਰਕੇ ਹੀ ਆ, ਚਾਹੇ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ, ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਆ, ਦਿੱਲੀ ਸਿੱਖ ਗੁਰਦੁਆਰਾ ਕਮੇਟੀ ਆ, ਸੰਪਰਦਾਵਾਂ ਨੇ, ਟਕਸਾਲਾਂ ਨੇ, ਸੰਤ ਮਹਾਪੁਰਸ਼ ਨੇ, ਗੈਰ ਸਿੱਖ ਸੰਸਥਾਵਾਂ ਵੀ ਨੇ, ਬਹੁਤ ਸਾਰੇ ਗੈਰ ਸਿੱਖ ਡੇਰੇ ਵੀ ਜਿਹੜੇ ਨਸ਼ਿਆਂ ਤੋਂ ਰਹਿਤ ਕਰਦੇ ਆ। ਜੀ। ਨਸ਼ਿਆਂ ਦੇ ਉੱਤੋਂ ਜਿਹੜਾ ਹੈਗਾ ਸਮਾਜ ਨੂੰ ਸੇਧ ਦੇਣ, ਚਾਹੇ ਉਹ ਨਾਮਧਾਰੀ ਸੰਪਰਦਾ, ਚਾਹੇ ਉਹ ਡੇਰਾ ਬਿਆਸ ਸੰਪਰਦਾ ਵਾ, ਚਾਹੇ ਇਹ ਵੀ ਨਸ਼ਿਆਂ ਤੋਂ ਰਹਿਤ ਹੋਣ ਵਾਸਤੇ ਪ੍ਰੇਰਦੇ ਆ। ਤਾਂ ਬਹੁਤ ਸਾਰੇ ਜਿਹੜੇ ਸਨਾਤਨ ਮੱਤ ਦੇ ਅਸਥਾਨ ਆ, ਸਨਾਤਨ ਮੱਤ ਦੀਆਂ ਸੰਪਰਦਾਵਾਂ, ਡੇਰੇ, ਉਹ ਵੀ ਨਸ਼ਿਆਂ ਤੋਂ ਰਹਿਤ ਹੋਣ ਵਾਸਤੇ ਪ੍ਰੇਰਦੀਆਂ। ਤੇ ਜੇ ਸਾਰੇ ਇੱਕ ਜੁਟਤਾ ਦੇ ਨਾਲ ਕੰਮ ਕਰਨ, ਸਰਕਾਰਾਂ ਵੀ ਸਾਥ ਦੇਣ, ਚਾਹੇ ਉਹ ਸੈਂਟਰ ਸਰਕਾਰ ਹੈ ਤੇ ਚਾਹੇ ਸਟੇਟ ਸਰਕਾਰਾਂ ਨੇ, ਤਾਂ ਮੈਂ ਸਮਝਦਾ ਵੀ ਅਸੀਂ ਇਹਦੇ 'ਚ ਸਫਲ ਹੋ ਸਕਦੇ ਹਾਂ। ਬਾਕੀ ਕਲਯੁਗ ਦਾ ਵਰਤਾਰਾ ਵਾ, ਬੁਰਾਈਆਂ ਦਾ ਬੋਲਬਾਲਾ ਹੈ, ਕਲਯੁਗ ਰਥ ਅਗਨ ਕਾ ਕੂੜ ਅੱਗੇ ਰਥਵਾਹੋ, ਗੁਰਬਾਣੀ ਦਾ ਬਚਨ ਆ। ਤਾਂ ਇਹ ਜਿਹੜਾ ਕਲਯੁਗ ਦਾ ਵਰਤਾਰਾ, ਇਹਦੇ ਵਿੱਚ ਜੇ ਸਾਰੇ ਹੀ ਮੋਢੇ ਨਾਲ ਮੋਢਾ ਜੋੜ ਕੇ, ਇੰਟਰਫੇਥ ਵੀ, ਭਾਵੇਂ ਕਿਸੇ ਦੀ ਆਸਥਾ ਕੋਈ ਆ, ਧਰਮ ਕੋਈ ਆ, ਭਾਈਚਾਰਾ ਕੋਈ ਆ, ਮਤ ਕੋਈ ਆ, ਪਰ ਜੇ ਇਹਨਾਂ ਨਸ਼ਿਆਂ ਤੇ ਸਮਾਜਿਕ ਕ੍ਰੀਤੀਆਂ ਤੇ, ਜਿਵੇਂ ਦਾਜ ਦਹੇਜ ਦੇ ਮਸਲੇ ਆ, ਨਸ਼ੇ ਆ, ਇਸ ਤਰ੍ਹਾਂ ਦੇ ਮਸਲਿਆਂ ਦੇ ਉੱਪਰ ਜੇਕਰ ਅਸੀਂ ਸਾਰੇ ਇੱਕ ਦੂਜੇ ਦੇ ਮੋਢੇ ਨਾਲ ਮੋਢਾ ਜੋੜ ਕੇ ਆਪੋ ਆਪਣੇ ਧਰਮ ਨੂੰ, ਆਪਣੇ ਆਪਣੇ ਫੇਥ ਨੂੰ ਫਾਲੋ ਕਰਦੇ ਹੋਏ ਤੇ ਦੂਜਿਆਂ ਦੇ ਵੀ ਮੋਢੇ ਨਾਲ ਮੋਢਾ ਜੋੜ ਕੇ ਯਤਨ ਕਰੀਏ, ਤਾਂ ਮੈਂ ਸਮਝਦਾ ਵੀ ਇਹਨਾਂ ਦੇ ਕੰਟਰੋਲ ਜਿਹੜਾ ਹੈਗਾ ਇਹ ਸਮਾਜਿਕ ਕ੍ਰੀਤੀਆਂ ਤੇ ਕੀਤਾ ਜਾ ਸਕਦਾ। ਬਹੁਤ ਵੱਡੇ ਉਪਰਾਲੇ ਦੀ ਗੱਲ ਕਰ ਰਹੇ ਹੋ, ਸਮਾਜਿਕ ਸੰਸਥਾਵਾਂ, ਧਾਰਮਿਕ ਜਥੇਬੰਦੀਆਂ ਦਾ ਤੁਸੀਂ ਜ਼ਿਕਰ ਕੀਤਾ ਹੈ, ਤੁਸੀਂ ਸਰਕਾਰਾਂ ਦਾ ਵੀ ਜ਼ਿਕਰ ਕੀਤਾ ਹੈ। ਸਰਕਾਰਾਂ ਦੇ ਜਦੋਂ ਆਪਾਂ ਮਾਮਲੇ ਦੀ ਗੱਲ ਕਰਦੇ ਹਾਂ, ਦਾਦੂਵਾਲ ਸਾਹਿਬ, ਹੋਰ ਕੁਝ ਦਿਨਾਂ ਤੱਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਡੇਰਾ ਬਿਆਸ ਆ ਰਿਹਾ ਬਾਬਾ ਜੀ ਨਾਲ ਮੁਲਾਕਾਤ ਕਰਨ ਦੇ ਲਈ। ਉਹ ਮੁਲਾਕਾਤ ਤਾਂ ਉਹਨਾਂ ਦੀ ਨਿੱਜੀ ਹੈ, ਪਰ ਜਿੱਦਾਂ ਤੁਸੀਂ ਕਹਿ ਰਹੇ ਹੋ ਕਿ ਵੀ
ਜਦੋਂ ਪ੍ਰਧਾਨ ਮੰਤਰੀ ਇੱਦਾਂ ਡੇਰੇ ਤੇ ਆਉਣਗੇ ਤਾਂ ਜਿਹੜੇ ਸਮਾਜਿਕ ਉਪਰਾਲੇ, ਸਮਾਜ ਨੂੰ ਚੰਗੀ ਸੇਧ ਲਈ ਉਪਰਾਲੇ ਕੀਤੇ ਜਾ ਰਹੇ ਹੈ ਸੰਸਥਾਵਾਂ ਵੱਲੋਂ, ਡੇਰਿਆਂ ਦੇ ਮੁਖੀ ਸਾਹਿਬਾਨ ਵੱਲੋਂ, ਉਹਨਾਂ ਨੂੰ ਵੀ ਬਲ ਮਿਲੇਗਾ ਪ੍ਰਧਾਨ ਮੰਤਰੀ ਦੇ ਇਸ ਵਿਜ਼ਿਟ ਦੇ ਨਾਲ, ਇਸ ਦੌਰੇ ਦੇ ਨਾਲ? ਬਿਲਕੁਲ ਜੀ। ਵੈਸੇ ਤਾਂ ਪ੍ਰਧਾਨ ਮੰਤਰੀ ਸਾਹਿਬ ਦਾ ਇਹ ਨਿੱਜੀ ਦੌਰਾ ਵਾ। ਜਦੋਂ ਜੀ। ਪਰਸੋਂ ਮੇਰੇ ਕੋਲ ਇੱਥੇ ਗੁਰਦੁਆਰਾ ਦਾਦੂ ਸਾਹਿਬ ਸਿਰਸਾ ਆਏ ਸੀ, ਡੇਰਾ ਬਿਆਸ ਮੁਖੀ, ਤਾਂ ਉਸ ਵੇਲੇ ਗੱਲਬਾਤ ਦੌਰਾਨ ਉਹਨਾਂ ਦੱਸਿਆ ਸੀ ਕਿ ਪੀਐਮ ਹਾਊਸ ਦੇ ਵੱਲੋਂ ਜਿਹੜਾ ਹੈਗਾ ਉਹ ਸੁਨੇਹਾ ਆਇਆ ਕਿ ਪ੍ਰਧਾਨ ਮੰਤਰੀ ਸਾਹਿਬ ਡੇਰਾ ਬਿਆਸ ਵਿਜ਼ਿਟ ਕਰ ਰਹੇ ਆ। ਤਾਂ ਜੇਕਰ ਚੰਗੇ ਥਾਵਾਂ ਤੇ ਜਿਹੜੀਆਂ ਸਮਾਜ ਸੇਵੀ ਸੰਸਥਾਵਾਂ, ਸੰਪਰਦਾਵਾਂ ਨੇ, ਜਿਹੜੇ ਸਮਾਜਿਕ ਕੁਰੀਤੀਆਂ ਤੋਂ ਸਾਨੂੰ ਦੂਰ ਕਰਦੇ ਆ, ਉੱਥੇ ਜੇ ਸਰਕਾਰਾਂ ਦੀ ਆਵਾਜਾਈ ਹੋਏਗੀ ਤਾਂ ਉਹਦੇ ਨਾਲ ਇੱਕ ਜਿਹੜੀਆਂ ਸਮਾਜਿਕ ਕੁਰੀਤੀਆਂ ਤੋਂ ਹਟਾਉਣ ਲਈ ਕੰਮ ਕਰ ਰਹੀਆਂ ਸੰਸਥਾਵਾਂ, ਉਹਨਾਂ ਨੂੰ ਬਲ ਮਿਲਦਾ, ਉਹਨਾਂ ਦੀ ਲਹਿਰ ਨੂੰ ਬਲ ਮਿਲਦਾ ਵਾ। ਦੂਜੇ ਪਾਸੇ ਜਿਵੇਂ ਡੇਰਾ ਸਰਸਾ ਵਾ, ਜਿਹੜਾ ਕਤਲਾਂ ਤੇ ਕੁਕਰਮਾਂ ਦਾ ਅੱਡਾ ਵਾ, ਬਲਾਤਕਾਰਾਂ ਦਾ ਅੱਡਾ, ਅੱਤਵਾਦ ਦਾ ਅੱਡਾ ਵੀ ਕਹਿ ਸਕਦੇ ਆ, ਜਦੋਂ ਸਿਆਸੀ ਲੋਕ ਉੱਥੇ ਜਾ ਕੇ ਉਹਨੂੰ ਪ੍ਰਮੋਟ ਕਰਦੇ, ਪ੍ਰਮੋਸ਼ਨ ਹੁੰਦੀ ਆ ਉਹਦੀ, ਤਾਂ ਉੱਥੋਂ ਕੀ ਸੇਧ ਜਾਂਦੀ ਆ ਕਿ ਉਹਨੇ ਕਤਲ ਕੀਤੇ ਆ, ਕੁਕਰਮ ਕੀਤੇ, ਬਲਾਤਕਾਰ ਕੀਤੇ ਆ। ਤਾਂ ਜਿਹੜੀਆਂ ਸਿਆਸੀ ਪਾਰਟੀਆਂ ਦੇ ਆਗੂ ਉੱਥੇ ਜਾਂਦੇ, ਕਿ ਉਹ ਕਤਲਾਂ ਨੂੰ ਪ੍ਰਮੋਟ ਕਰਦੇ ਆ, ਉਹ ਬਲਾਤਕਾਰਾਂ ਨੂੰ ਪ੍ਰਮੋਟ ਕਰਦੇ ਆ ਜਦੋਂ ਇਹੋ ਜਿਹੀ ਥਾਂ ਤੇ ਜਾਂਦੇ ਆ। ਤੇ ਜੇ ਉਹ ਚੰਗੀਆਂ ਥਾਂ, ਜੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਕੋਈ ਆਉਂਦਾ ਵਾ, ਗੁਰਦੁਆਰਾ ਬੰਗਲਾ ਸਾਹਿਬ ਜਾਂਦਾ ਵਾ, ਗੁਰਦੁਆਰਾ ਨਾਢਾ ਸਾਹਿਬ ਮੱਥਾ ਟੇਕਦੇ, ਗੁਰਦੁਆਰਾ ਰਕਾਬਗੰਜ ਸਾਹਿਬ ਜਾ ਕੇ, ਚਾਹੇ ਉਹ ਹੋਮ ਮਿਨਿਸਟਰ ਆ, ਪ੍ਰਾਈਮ ਮਿਨਿਸਟਰ ਆ, ਚਾਹੇ ਕਿਸੇ ਸਟੇਟ ਦਾ ਚੀਫ ਮਿਨਿਸਟਰ ਆ, ਚਾਹੇ ਕੋਈ ਚੇਅਰਮੈਨ ਆ, ਜਦੋਂ ਮੱਥਾ ਟੇਕਦਾ, ਗੁਰੂ ਘਰ ਨੂੰ ਨਤਮਸਤਕ ਹੁੰਦਾ, ਧਰਮ ਸਥਾਨ, ਉਹਦੇ ਨਾਲ ਜਿਹੜੀਆਂ ਧਰਮ ਸਥਾਨ ਤੇ ਗਤੀਵਿਧੀਆਂ ਚੱਲ ਰਹੀਆਂ ਹੁੰਦੀਆਂ, ਪਰਉਪਕਾਰ ਦੇ ਕਾਰਜ, ਸਰਬ ਸਾਂਝੀਵਾਲਤਾ ਦੇ ਕਾਰਜ ਜਿਹੜੇ ਚੱਲ ਰਹੇ ਹੁੰਦੇ ਆ, ਉਹਨੂੰ ਬਲ ਮਿਲਦਾ। ਤੇ ਜੇ ਪ੍ਰਧਾਨ ਮੰਤਰੀ ਸਾਹਿਬ ਡੇਰਾ ਬਿਆਸ ਜਾ ਰਹੇ, ਤਾਂ ਡੇਰਾ ਬਿਆਸ ਦੀਆਂ ਜਿਹੜੀਆਂ ਨਸ਼ਿਆਂ ਦੇ ਵਿਰੁੱਧ ਜਿਹੜੀ ਉਹਨਾਂ ਦੀ ਲਹਿਰ ਆ ਕਿ ਲੋਕਾਂ ਨੂੰ ਨਸ਼ਿਆਂ ਤੋਂ ਰਹਿਤ ਕਰਨਾ, ਤਾਂ ਉਹਨੂੰ ਬਲ ਮਿਲੇਗਾ। ਜੇ ਪ੍ਰਧਾਨ ਮੰਤਰੀ ਸਾਹਿਬ ਦਰਬਾਰ ਸਾਹਿਬ ਜਾਂਦੇ ਆ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ, ਤਾਂ ਜਿਹੜਾ ਉੱਥੇ ਗੁਰੂ ਰਾਮਦਾਸ ਦੇ ਦਰ ਤੇ ਸਾਰਿਆਂ ਲਈ ਸਾਂਝੀਵਾਲਤਾ ਦਾ ਉਪਦੇਸ਼, ਚੌਂ ਵਰਨਾ ਕੋ ਸਾਂਝਾ, ਉਸ ਚੀਜ਼ ਨੂੰ ਬਲ ਮਿਲਦਾ। ਜਿਵੇਂ ਪਿਛਲੇ ਦਿਨੀ ਜਿਹੜਾ ਹੈ ਉੱਥੇ ਆਪਣਾ ਸ਼ਾਇਦ ਅਮਰੀਕਾ ਦੇ ਅੰਬੈਸਡਰ ਉੱਥੇ ਚੱਲ ਕੇ ਆਏ ਆ। ਪਹਿਲਾਂ ਆਪਣਾ ਮਹਾਰਾਣੀ ਐਲਿਜ਼ਾਬੈਥ ਵੀ ਆਈ ਸੀ, ਜਿਸ ਵੇਲੇ ਇੰਗਲੈਂਡ ਦੀ ਮਹਾਰਾਣੀ ਜਿਹੜੀ ਹੁਣ ਚੜ੍ਹਾਈ ਕਰ ਗਈ, ਉਹ ਦਰਬਾਰ ਸਾਹਿਬ ਆਏ ਸੀ। ਤਾਂ ਉਹਦੇ ਨਾਲ ਜਿਹੜੀ ਸੰਗਤਾਂ ਦੀ ਆਸਥਾ ਦੇ ਵਿੱਚ ਵੀ ਵਾਧਾ ਹੁੰਦਾ, ਤੇ ਸੰਗਤਾਂ ਇਸ ਚੀਜ਼ ਦੇ ਨਾਲ, ਇਸ ਚੀਜ਼ ਤੋਂ ਵੀ ਪ੍ਰੇਰਿਤ ਹੁੰਦੀਆਂ ਨੇ ਕਿ ਦੇਖੋ, ਜੇ ਕੋਈ ਪ੍ਰਾਈਮ ਮਿਨਿਸਟਰ ਜਾਂ ਕਿਸੇ ਸਟੇਟ ਦਾ ਜਾਂ ਕਿਸੇ ਦੇਸ਼ ਦਾ, ਕਿਸੇ ਕੰਟਰੀ ਦਾ ਰਾਸ਼ਟਰਪਤੀ ਆ ਕੇ ਨਤਮਸਤਕ ਹੁੰਦਾ, ਤੇ ਉੱਥੇ ਜਿਹੜੀਆਂ ਚੰਗਿਆਈਆਂ ਨੇ ਉਹਨੂੰ ਬਲ ਮਿਲਦਾ। ਗੁਰੂ ਰਾਮਦਾਸ ਦਾ ਲੰਗਰ 24 ਘੰਟੇ ਵਰਤ ਰਿਹਾ ਸੱਚਖੰਡ ਸ੍ਰੀ ਦਰਬਾਰ ਸਾਹਿਬ 'ਚ, ਕਿੰਨੇ ਕੋਈ ਭੇਦ ਭਾਵ ਨਹੀਂ ਹੈ, ਕਿਸ ਧਰਮ ਦਾ ਆ ਰਿਹਾ, ਕਿਸ ਭਾਈਚਾਰੇ ਦਾ ਆ ਰਿਹਾ, ਅਮੀਰ ਗਰੀਬੀ ਦਾ ਕੋਈ ਭੇਦ ਭਾਵ ਨਹੀਂ, ਤੇ ਇਹਨਾਂ ਚੀਜ਼ਾਂ ਨੂੰ ਬਲ ਮਿਲਦਾ। ਦਦੂਆ ਸਾਹਿਬ, ਬਿਲਕੁਲ ਜਿਹੜਾ ਗਾ, ਜਦੋਂ ਆਪਾਂ ਚੰਗਿਆਈਆਂ ਦੀ ਗੱਲ ਕਰਦੇ ਹਾਂ ਜਾਂ ਧਾਰਮਿਕ ਸੰਸਥਾਵਾਂ, ਜਥੇਬੰਦੀਆਂ, ਸੰਸਥਾਵਾਂ, ਉਹਨਾਂ ਨੂੰ ਚੰਗੇ ਕੰਮਾਂ ਦੇ ਲਈ ਜਦੋਂ ਚੇਤੇ ਕੀਤਾ ਜਾਂਦਾ, ਆਪਾਂ ਕਹਿੰਦੇ ਕਿ ਉਹਨਾਂ ਦੇ ਨਾਲ ਬੁਰਾਈਆਂ ਦੂਰ ਹੁੰਦੀਆਂ ਤੇ ਬਲ ਮਿਲਦਾ ਚੰਗੇ ਉਪਕਾਰਾਂ ਨੂੰ, ਚੰਗੇ ਕੰਮਾਂ ਦੇ ਲਈ। ਤੇ ਹੁਣ ਮੈਂ ਉਸੇ ਮੁੱਦੇ ਤੇ ਤੁਹਾਡੇ ਤੋਂ ਸਵਾਲ ਲੈਣਾ ਚਾਹੁੰਦਾ ਕਿ ਹੋਰ ਕੁਝ ਦਿਨਾਂ ਤੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਨ ਇਜਲਾਸ ਅੰਮ੍ਰਿਤਸਰ ਹੋਣ ਜਾ ਰਿਹਾ। ਉੱਥੇ ਦੇਖੋ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਰ ਕਈਆਂ ਮਾਮਲਿਆਂ ਤੇ ਮਤਭੇਦ ਹੋ ਸਕਦੇ ਹੈ, ਫਿਰ ਇਸ ਗੱਲ ਤੇ ਸ਼ਾਇਦ ਤੁਹਾਡੀ ਵੀ ਸਹਿਮਤੀ ਹੋਏਗੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਗੁਰਦੁਆਰਾ ਸਾਹਿਬਾਨ ਦੀ ਸੰਭਾਲ ਦੇ ਲਈ ਬਹੁਤ ਵੱਡਾ ਉਪਰਾਲਾ, ਜਿੱਦਾਂ ਤੁਸੀਂ ਕਹਿ ਰਹੇ ਹੋ, ਚੰਗੇ ਮਾਮਲੇ ਵੀ ਬਹੁਤ ਸਾਰੇ ਜੁੜਦੇ ਹੈ। ਹੁਣ ਉੱਥੇ ਪ੍ਰਧਾਨਗੀ ਨੂੰ ਲੈ ਕੇ ਇੱਕ ਪਾਸੇ ਪਿਛਲੇ ਪ੍ਰਧਾਨ ਹੈ ਤੇ ਬੀਬੀ ਜਗੀਰ ਕੌਰ ਉਹਨਾਂ ਨੇ ਕਿਹਾ ਕਿ ਮੈਂ ਵੀ ਪ੍ਰਧਾਨ ਦੀ ਉਮੀਦਵਾਰ ਹਾਂ, ਅਕਾਲੀ ਦਲ ਨੇ ਉਹਨੂੰ ਮੁਅੱਤਲ ਕਰ ਦਿੱਤਾ। ਹੁਣ ਕੀ ਲੱਗਦਾ ਕਿ ਇਸ ਤਰੀਕੇ ਦੇ ਨਾਲ ਇਹਨਾਂ ਸੰਸਥਾਵਾਂ ਤੇ ਠੋਸੇ ਹੋਏ ਪ੍ਰਧਾਨ ਚਾਹੀਦੇ ਹੈ ਜਾਂ ਮੌਕਾ ਮਿਲਣਾ ਚਾਹੀਦਾ ਹੈ, ਜਿਹੜੇ ਲੋਕ ਨੁਮਾਇੰਦਗੀ ਕਰਦੇ ਹੋ ਜਿਹਨੂੰ ਮਰਜ਼ੀ ਪ੍ਰਧਾਨ ਚੁਣਨਾ ਆਪਣਾ? ਦੇਖੋ, ਇਸ ਬਾਰੇ ਮੈਂ ਇਹ ਕਹਿਣਾ ਚਾਹੁੰਦਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਡੀ ਸਰਮੌਰ ਸੰਸਥਾ, ਸਾਡੇ ਬਜ਼ੁਰਗਾਂ ਨੇ ਸ਼ਹਾਦਤਾਂ ਦੇ ਕੇ ਹੋਂਦ ਵਿੱਚ ਲਿਆਂਦੀ ਆ ਜੀ। ਉਹ ਪਰਿਵਾਰ ਮੁਕਤ ਹੋਣੀ ਚਾਹੀਦੀ ਹੈ, ਨਿਰਪੱਖ ਹੋਣੀ ਚਾਹੀਦੀ ਹੈ, ਸਟਰੋਂਗ ਹੋਣੀ ਚਾਹੀਦੀ ਹੈ, ਔਰ ਉਹਦਾ ਜਿਹੜਾ ਕਾਰਜਕਾਲ ਆ, ਜੋ ਵੀ ਉਹਦਾ ਆਪਣਾ ਕਾਰਜ ਕਰਦੀ ਆ, ਉਹ ਪਾਰਦਰਸ਼ੀ ਨਿਰਪੱਖ ਤਰੀਕੇ ਨਾਲ ਹੋਣਾ ਚਾਹੀਦਾ ਵਾ। ਪਰ ਜਿਸ ਵੇਲੇ ਤੋਂ ਇੱਕ ਪਰਿਵਾਰ ਦਾ ਕਬਜ਼ਾ ਹੋਇਆ, ਹਾਲਾਤ ਕੀ ਬਣੇ ਆ, ਉਹ ਨਿਘਾਰ ਦੀ ਸਥਿਤੀ ਤੱਕ ਚਲੇ ਗਈ ਹੈ ਇੱਕ ਪਰਿਵਾਰ ਦੇ ਕਬਜ਼ੇ ਦੇ ਕਾਰਨ। ਤੇ ਅੱਜ ਜੇਕਰ ਤੁਸੀਂ ਪ੍ਰਧਾਨ ਦੀ ਚੋਣ ਦੀ ਗੱਲ ਕਰ ਰਹੇ, ਪਹਿਲੀ ਗੱਲ ਤੇ ਹੈ ਕਿ 11 ਸਾਲ ਹੋ ਗਏ ਇਹਦੀ ਇਲੈਕਸ਼ਨ ਨਹੀਂ ਹੋਈ। ਜਿਹੜੇ ਜਨਰਲ ਇਲੈਕਸ਼ਨ ਹੈ ਉਹ ਹੋਣੇ ਚਾਹੀਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ। ਜੇ ਵਿਧਾਨ ਸਭਾ ਦੀਆਂ ਚੋਣਾਂ 5 ਸਾਲ ਬਾਅਦ ਹੋ ਜਾਂਦੀਆਂ, ਪਾਰਲੀਮੈਂਟ ਦੀਆਂ 5 ਸਾਲ ਬਾਅਦ ਹੋ ਜਾਂਦੀਆਂ, ਤੇ ਇਹਨੂੰ 11 ਸਾਲ ਕਿਉਂ ਲੱਗੇ ਆ?
ਜੇ ਸਿੱਖਾਂ ਨੂੰ ਆਪਣੇ ਗੁਰੂ ਘਰਾਂ ਦੇ ਪ੍ਰਬੰਧਾਂ ਲਈ ਚੋਣਾਂ ਵਾਲੇ ਰਾਹ ਪਾਇਆ ਤੇ ਚੋਣਾਂ ਹੋਣੀਆਂ ਚਾਹੀਦੀਆਂ ਨੇ। 11 ਸਾਲ ਹੋ ਗਏ ਆ। ਪਹਿਲੀ ਗੱਲ ਤਾਂ ਇਹ ਹੈ ਕਿ ਜਰਨਲ ਚੋਣ ਹੋਣੀ ਚਾਹੀਦੀ ਹੈ। ਚਲੋ ਜੇ ਜਰਨਲ ਨਹੀਂ ਤਾਂ ਜਿਹੜੀ ਸਾਲ ਬਾਅਦ ਪ੍ਰਧਾਨਗੀ ਦੀ ਚੋਣ ਹੁੰਦੀ ਹੈ, ਇਹ ਜਿਹੜੇ ਮੈਂਬਰ ਨੇ ਹਰੇਕ ਨੂੰ ਹੱਕ ਆ, ਕੋਈ ਵੀ ਦਾਅਵਾ ਕਰ ਸਕਦਾ ਵਾ ਮੁੱਖ ਸੇਵਾਦਾਰ ਬਣਨ ਵਾਸਤੇ ਜਿਹੜੇ ਮੈਂਬਰ ਨੇ, ਤੇ ਬਾਕੀ ਮੈਂਬਰਾਂ ਨੇ ਬਹੁਮਤ ਦੇਣਾ ਹੁੰਦਾ। ਪਰ ਜਿਹੜਾ ਇੱਕ ਪਰਿਵਾਰ ਦਾ ਗਲਬਾ ਵਾ, ਲਿਫਾਫਾ ਕਲਚਰ ਆ, ਉਹਦੇ ਤੋਂ ਮੈਂਬਰ ਜਿਹੜੇ ਨਿਜਾਤ ਦਿਵਾਉਣਾ ਚਾਹੁੰਦੇ ਆ। ਅਸੀਂ ਤਾਂ ਪਹਿਲਾਂ ਤੋਂ ਹੀ ਇਸ ਚੀਜ਼ ਦੇ ਖਿਲਾਫ ਜਿਹੜਾ ਹੈ ਸੁਚੇਤ ਕਰਦੇ ਆਏ ਆ, ਸੰਗਤਾਂ ਨੂੰ ਵੀ, ਮੈਂਬਰ ਸਾਹਿਬਾਨਾਂ ਨੂੰ ਵੀ ਅਪੀਲ ਕਰਦੇ ਆਏ ਆ। ਤੇ ਚਲੋ ਅੱਜ ਬੀਬੀ ਜਗੀਰ ਕੌਰ ਨੇ ਗੱਲ ਕੀਤੀ, ਭਾਵੇਂ ਕਿ ਪਹਿਲਾਂ ਬੀਬੀ ਜਗੀਰ ਕੌਰ ਵੀ ਉਸੇ ਲਿਫਾਫਾ ਕਲਚਰ ਦੇ ਵਿੱਚੋਂ ਬਣਦੇ ਰਹੇ ਆ, 3-4 ਵਾਰ ਉਹ ਪਹਿਲਾਂ ਬਣੇ ਆ। ਪਰ ਚਲੋ ਦੇਰ ਆਏ ਦਰੁਸਤ ਆਏ। ਅੱਜ ਉਹਨਾਂ ਨੇ ਇਸ ਲਿਫਾਫਾ ਕਲਚਰ ਦਾ ਵਿਰੋਧ ਕੀਤਾ, ਸੱਚਾਈ ਨੂੰ ਸਮਝਿਆ। ਭਾਵੇਂ ਮੇਰਾ ਬੀਬੀ ਜਗੀਰ ਕੌਰ ਦੇ ਨਾਲ ਵਿਚਾਰਾਂ ਦਾ ਵਖਰੇਵਾਂ ਹੋਵੇ, ਪਰ ਅੱਜ ਜਿਹੜੀ ਗੱਲ ਉਹਨਾਂ ਨੇ ਕੀਤੀ ਆ ਲਿਫਾਫਾ ਕਲਚਰ ਨੂੰ ਖਤਮ ਕਰਨ ਦੀ, ਅਸੀਂ ਉਹਦੀ ਸ਼ਲਾਘਾ ਕਰਦੇ ਹਾਂ ਕਿ ਬਿਲਕੁਲ ਇਹ ਹੋਣਾ ਚਾਹੀਦਾ। ਇੱਕ ਪਰਿਵਾਰ ਦਾ ਜਿਹੜਾ ਕਬਜ਼ਾ ਉਹ ਟੁੱਟਣਾ ਚਾਹੀਦਾ। ਤੇ ਜਿਹੜੇ ਮੈਂਬਰ ਸਾਹਿਬਾਨਾਂ ਦੀਆਂ ਵੋਟਾਂ ਨੇ, ਉਹਨਾਂ ਮੈਂਬਰ ਸਾਹਿਬਾਨਾਂ ਨੂੰ ਹੁਣ ਚਾਹੀਦਾ ਕਿ ਆਪਣੇ ਜ਼ਮੀਰ ਦੀ ਆਵਾਜ਼ ਨੂੰ ਪਹਿਚਾਣ ਕੇ, ਸੁਣ ਕੇ, ਤੇ ਪੰਥ ਦੇ ਵਿੱਚੋਂ ਇਹ ਜਿਹੜਾ ਸ਼੍ਰੋਮਣੀ ਕਮੇਟੀ ਦੇ ਉੱਤੇ ਸਾਡੀ ਸਰਮੌਰ ਸੰਸਥਾ ਦੇ ਇੱਕ ਪਰਿਵਾਰ ਦਾ ਕਬਜ਼ਾ, ਉਹਨੂੰ ਪਾਸੇ ਕਰਨ ਵਾਸਤੇ ਸਾਰਿਆਂ ਨੂੰ ਵੋਟ ਦਾ ਜੇ, ਚਾਹੇ ਉਹ ਬੀਬੀ ਜਗੀਰ ਕੌਰ ਆ, ਚਾਹੇ ਕੋਈ ਹੋਰ ਕੈਂਡੀਡੇਟ ਆਉਂਦਾ ਹੈ ਪੰਥ ਵੱਲੋਂ, ਵੀ ਇਸ ਤਰੀਕੇ ਦੇ ਨਾਲ ਜਿਹੜਾ ਵੋਟ ਦਾ ਇਸਤੇਮਾਲ ਕਰਨਾ ਚਾਹੀਦਾ। ਜਿਹੜਾ ਬਾਦਲ ਪਰਿਵਾਰ ਦਾ ਲਿਫਾਫਾ ਕਲਚਰ ਹੈ, ਉਹਦਾ ਡਟ ਕੇ ਵਿਰੋਧ ਕਰਨਾ ਚਾਹੀਦਾ। ਰਹੀ ਗੱਲ ਬੀਬੀ ਨੂੰ ਮੁਅੱਤਲ ਕਰਨ ਦੀ, ਹੁਣ ਤੁਸੀਂ ਦੇਖੋ ਬੀਬੀ ਨੇ ਕਿਹਾ ਸੀ ਮੈਂ ਸ਼੍ਰੋਮਣੀ ਅਕਾਲੀ ਦਲ 'ਚ ਰਹਿੰਦਿਆਂ ਆਪਣਾ ਦਾਅਵਾ ਜਿਹੜਾ ਪ੍ਰਧਾਨ ਅੱਗੇ ਕੀਤਾ ਵੀ ਮੈਨੂੰ ਮੁੱਖ ਸੇਵਾਦਾਰ ਬਣਾਇਆ ਜਾਵੇ, ਮੈਂ ਪਹਿਲਾਂ ਵੀ ਰਹੀ ਹਾਂ। ਹੁਣ ਮੁਅੱਤਲ ਕਰਨ ਦਾ ਇਹ ਤਾਂ ਦਬਾਅ ਦੀ ਨੀਤੀ ਹੈ। ਬਾਦਲ ਪਰਿਵਾਰ ਆਪਣੀ ਮਨੋਪਲੀ ਬਣਾ ਕੇ ਰੱਖਣਾ ਚਾਹੁੰਦਾ ਹੈ। ਜਾਂ ਤਾਂ ਹੋਵੇ ਵੀ ਅਕਾਲੀ ਦਲ ਨੇ, ਬਾਦਲ ਨੇ ਕੋਈ ਉਮੀਦਵਾਰ ਖੜਾ ਕੀਤਾ ਹੋਵੇ ਤੇ ਬੀਬੀ ਨੇ ਉਹਦਾ ਵਿਰੋਧ ਕੀਤਾ ਹੋਵੇ। ਅਜੇ ਅਕਾਲੀ ਦਲ ਬਾਦਲ ਵੱਲੋਂ ਤਾਂ ਕੋਈ ਉਮੀਦਵਾਰ ਖੜਾ ਨਹੀਂ ਸੀ ਕੀਤਾ ਗਿਆ, ਨਹੀਂ ਕੀਤਾ, ਬੀਬੀ ਨੇ ਬਿਲਕੁਲ ਤਾਂ ਦਾਅਵਾ ਰੱਖਿਆ ਸੀਗਾ। ਤੇ ਦਾਅਵਾ ਜਿਹੜਾ ਆਪਣਾ ਕਰਨਾ, ਇਹ ਕੋਈ ਅਨੁਸ਼ਾਸਨਹੀਣਤਾ ਨਹੀਂ ਹੈ। ਮੈਂ ਸਮਝਦਾ ਇਹ ਤਾਂ ਜਿਹੜੀ ਆ ਨਾ, ਉਹ ਨਾਦਰਸ਼ਾਹੀ, ਜਿਹੜੀ ਹਿਟਲਰ ਸ਼ਾਹੀ ਆ, ਜਿਹੜੀ ਆਪਣੀ ਮਨੋਪੀ ਬਹਾਰ ਰੱਖਣ ਵਾਸਤੇ ਬਾਦਲ ਪਰਿਵਾਰ ਨੇ ਅਨੁਸ਼ਾਸਨੀ ਕਾਰਨ ਹੇਠ ਬੀਬੀ ਤੇ ਕਾਰਵਾਈ ਕੀਤੀ, ਜਿਹੜੀ ਬਣਦੀ ਨਹੀਂ। ਕਿਉਂਕਿ ਬੀਬੀ ਨੇ ਕੋਈ ਅਨੁਸ਼ਾਸਨ ਨਹੀਂ ਤੋੜਿਆ। ਬੀਬੀ ਨੇ ਤਾਂ ਦਾਅਵਾ ਹੀ ਕੀਤਾ ਸੀ ਕਿ ਮੈਨੂੰ ਸੇਵਾਦਾਰ, ਮੁੱਖ ਸੇਵਾਦਾਰ ਬਣਾਇਆ ਜਾਵੇ, ਪਰ ਇਹਨਾਂ ਨੇ ਉਹਨੂੰ ਜਿਹੜਾ ਮੁਅੱਤਲ ਕਰਤਾ। ਜਵਾਬ ਮੰਗ ਲਿਆ ਵੀ ਦੱਸੋ ਜੀ ਇਹ ਕਿਸ ਤਰ੍ਹਾਂ ਜੀ। ਇਹ ਤਾਂ ਬੀਬੀ ਜੀ ਸਿੰਘ ਸਾਹਿਬ, ਜਿੱਦਾਂ ਤੁਸੀਂ ਕਹਿ ਰਹੇ ਹੋ ਜੀ ਕਿ ਕੋਈ ਇਸ ਤਰ੍ਹਾਂ ਦੀ ਜ਼ਿਆਦਤੀ ਨਹੀਂ ਕੀਤੀ, ਉਹਨਾਂ ਨੇ ਆਪਣਾ ਦਾਅਵਾ ਹੀ ਪੇਸ਼ ਕੀਤਾ ਸੀਗਾ। ਇੱਕ ਵੱਡਾ ਸਵਾਲ ਜਿਸ ਦਾ ਤੁਸੀਂ ਵੀ ਜ਼ਿਕਰ ਕੀਤਾ ਹੈ ਕਿ ਜਿਸ ਤਰ੍ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨ ਹਾਊਸ ਦੀਆਂ ਚੋਣਾਂ ਹੋਣੀਆਂ ਚਾਹੀਦੀਆਂ, ਲੰਬਾ ਸਮਾਂ ਨਿਕਲ ਗਿਆ, ਕਿਉਂ ਨਾ ਹੁਣ ਜਦੋਂ ਬਾਕੀ ਸੰਸਥਾਵਾਂ ਦੀਆਂ ਹੁੰਦੀਆਂ। ਜੇ ਕੋਈ ਇਹੋ ਜਿਹਾ ਮੌਕਾ ਬਣਦਾ ਜਿਹੜਾ ਕਿ ਸੁਭਾਵਿਕ ਹੈ ਬਣੇਗਾ, SGPC ਦੇ ਜਨ ਹਾਊਸ ਦੀਆਂ ਚੋਣਾਂ ਹੁੰਦੀਆਂ, ਤਾਂ ਜਿਹੜੇ ਮੌਜੂਦਾ ਹੁਣ ਇਸ ਵੇਲੇ ਸਮੀਕਰਨ ਹੈ ਉਹ ਬਦਲ ਕੇ ਨਵੇਂ ਸਮੀਕਰਨ ਵੀ ਹੋ ਸਕਦੇ ਆ ਕਿ ਇਸ ਢੰਗ ਦੀ ਲੀਡਰਸ਼ਿਪ ਲਿਆਂਦੀ ਜਾਵੇ ਜਿਹੜੀਆਂ ਸਾਰੀਆਂ ਪੰਥਕ ਧਿਰਾਂ ਨੂੰ ਪ੍ਰਵਾਨਿਤ ਹੋਵੇ ਔਰ ਕਿਸੇ ਇੱਕ ਧਿਰ ਦਾ ਜਾਂ ਇੱਕ ਪਰਿਵਾਰ ਦਾ ਗਲਬਾ ਨਾ ਹੋਵੇ। ਆਉਣ ਵਾਲੇ ਸਮੇਂ 'ਚ ਇਹੋ ਜਿਹੇ ਸਮੀਕਰਨ ਬਣ ਸਕਦੇ ਆ ਸਿੰਘ ਸਾਹਿਬ? ਬਿਲਕੁਲ। ਇਸ ਵਾਰ ਜੇਕਰ ਇਸੇ ਤਰ੍ਹਾਂ ਬੀਬੀ ਜਗੀਰ ਕੌਰ ਖੜੇ ਰਹਿੰਦੇ ਆ ਤੇ ਬਾਕੀ ਪਾਰਟੀਆਂ ਜਿਹੜੇ ਧੜੇ ਜਿਨ੍ਹਾਂ ਕੋਲੇ ਵੋਟਾਂ ਨੇ, ਜਿਵੇਂ ਸਰਦਾਰ ਸੁਖਦੇਵ ਸਿੰਘ ਢੀਂਡਸਾ ਨੇ ਜਾਂ ਸਾਡੇ ਹਰਿਆਣਾ ਦੇ ਮੈਂਬਰ ਨੇ ਜਿਹੜੇ ਚੁਣੇ ਹੋਏ ਉਸ ਵੇਲੇ ਤੋਂ, ਚਾਹੇ ਉਹ ਭਾਈ ਰਣਜੀਤ ਸਿੰਘ ਸਾਹਿਬ ਸਾਬਕਾ ਜਥੇਦਾਰ, ਚਾਹੇ ਸੰਤ ਸਮਾਜ ਹੈ, ਚਾਹੇ ਸਿੰਘ ਸਾਹਿਬ ਭਾਈ ਜਸਵੀਰ ਸਿੰਘ ਰੋਡੇ ਆ, ਚਾਹੇ ਬਾਬਾ ਹਰਨਾਮ ਸਿੰਘ ਆ ਦਮਦਮੀ ਟਕਸਾਲ, ਉਹਨਾਂ ਦੇ ਜਿਹੜੇ ਮੈਂਬਰ ਨੇ, ਜੇਕਰ ਉਹ ਸਾਰੇ ਹੀ ਇੱਕ ਮੁੱਠਤਾ ਦੇ ਨਾਲ ਇਹ ਇਕੱਠੇ ਹੋ ਕੇ ਤੇ ਆਪਣਾ ਉਮੀਦਵਾਰ, ਚਾਹੇ ਬੀਬੀ ਜਗੀਰ ਕੌਰ ਚਾਹੇ ਕੋਈ ਹੋਰ ਖੜਾ ਕਰਕੇ ਤੇ ਇਸ ਦਾ ਵਿਰੋਧ ਕਰਦੇ ਆ, ਤੇ ਇਸ ਵਾਰ ਬਾਦਲ ਪਰਿਵਾਰ ਦੀ ਜੇ ਮਨੋਪਲੀ ਟੁੱਟ ਜਾਂਦੀ ਹੈ ਤਾਂ ਉਹਦੇ ਨਾਲ ਨਵੇਂ ਸਮੀਕਰਨ ਤਾਂ ਬਣ ਗਈ। ਮੈਂ ਸਮਝਦਾ ਇਹ ਸੰਸਥਾ ਨੂੰ ਯਾਦ ਕਰਾਉਣ ਵਾਸਤੇ ਸਾਰਿਆਂ ਨੂੰ ਹੰਬਲਾ ਮਾਰਨਾ ਚਾਹੀਦਾ। ਜਿਨ੍ਹਾਂ ਕੋਲੇ ਚਾਹੇ 2 ਮੈਂਬਰ ਆ, ਚਾਹੇ 4 ਮੈਂਬਰ ਆ, ਚਾਹੇ 10 ਮੈਂਬਰ ਆ, ਜਿਨ੍ਹਾਂ ਸੰਸਥਾਵਾਂ ਦੇ ਕੋਲ ਵੀ, ਜਿਨ੍ਹਾਂ ਜਥੇਬੰਦੀਆਂ ਦੇ ਕੋਲ ਵੀ ਮੈਂਬਰ ਨੇ, ਉਹਨਾਂ ਨੂੰ ਸਾਰਿਆਂ ਨੂੰ ਸਿਰ ਜੋੜ ਕੇ ਇਸ ਵਾਸਤੇ ਹੰਬਲਾ ਮਾਰਨਾ ਚਾਹੀਦਾ ਵਾ ਕਿ ਬਾਦਲ ਪਰਿਵਾਰ ਦੀ ਮਨੋਪਲੀ ਤੋੜਨ ਵਾਸਤੇ ਤੇ ਇਸ ਸੰਸਥਾ ਨੂੰ ਬਾਦਲ ਪਰਿਵਾਰ ਤੋਂ ਆਜ਼ਾਦ ਕਰਾਉਣ ਵਾਸਤੇ ਉਹਨਾਂ ਨੂੰ ਰਲ ਕੇ ਹੰਬਲਾ ਮਾਰਨਾ ਚਾਹੀਦਾ। ਤੇ ਇਸ ਵਾਰ ਇਹ 9 ਤਰੀਕ ਨੂੰ ਜਿਹੜੀ ਪ੍ਰਧਾਨਗੀ ਦੀ ਚੋਣ ਆ, ਉਹਦੇ 'ਚ ਹੀ ਇਸ ਚੀਜ਼ ਦਾ ਫੈਸਲਾ ਜਿਹੜਾ ਹੋ ਜਾਏਗਾ। ਬਾਅਦ ਵਿੱਚ ਜਰਨਲ ਇਲੈਕਸ਼ਨ ਤਾਂ ਚਲੋ ਕਦੋਂ ਹੁੰਦੇ ਆ, ਸਾਲ ਲੱਗਦਾ, 6 ਮਹੀਨੇ ਲੱਗਦੇ ਆ, ਪਰ ਇਹਦੇ ਵਿੱਚ ਹੀ ਇਹਨਾਂ ਦੀ ਮਨੋਪਲੀ ਟੁੱਟ ਸਕਦੀ ਹੈ ਜੇ ਸਾਰੇ ਸਿਰ ਜੋੜ ਕੇ ਬੈਠਣ ਦਾ। ਇੱਕ ਸਵਾਲ ਜਿਹੜਾ ਹੈਗਾ ਦਾਦੋਵਾਲ ਜੀ ਤੁਸੀਂ ਕਹਿ ਰਹੇ ਹੋ ਉਹ ਵੀ ਅਹਿਮ ਹੈ ਲੈਣਾ ਤੁਹਾਡੇ ਤੋਂ, ਇਸ ਕਰਕੇ ਬਣਦਾ ਹੈ ਕਿ ਜਦੋਂ ਆਪਾਂ ਅਕਾਲੀ ਲੀਡਰਸ਼ਿਪ ਦੀ ਗੱਲ ਕਰਦੇ ਹਾਂ, ਉਹ ਕਹਿੰਦੇ ਦੇਖੋ ਜੀ
ਸਿੱਖ ਭਾਈਚਾਰੇ ਨੇ ਵੋਟਾਂ ਪਾ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 170 ਮੈਂਬਰਾਂ ਦੀ ਚੋਣ ਕੀਤੀ। ਹੁਣ ਵੱਖਰੀ ਗੱਲ ਹੈ ਕਿ ਚਲੋ 20-25 ਜਿਹੜੇ ਹੈਗੇ ਮੈਂਬਰ ਇਸ ਵੇਲੇ ਦੁਨੀਆ 'ਚ ਨਹੀਂ ਰਹੇ, ਪਰ ਜਿੰਨੇ ਮੌਜੂਦਾ 157 ਦੇ ਕਰੀਬ ਜਿਹੜੇ ਮੈਂਬਰ ਹੈਗੇ ਆ, ਉਹ ਕਹਿੰਦੇ ਉਹ ਚੁਣ ਕੇ ਆਏ ਮੈਂਬਰ ਹੈ ਅਤੇ ਉਹਨਾਂ ਨੂੰ ਅਕਾਲੀ ਦਲ ਵੱਲੋਂ ਜਿਹੜਾ ਹੈਗਾ ਟਿਕਟਾਂ ਦੇ ਕੇ ਜਿਤਾਇਆ ਗਿਆ, ਲੜਾਇਆ ਗਿਆ, ਅਤੇ ਹੁਣ ਉਹ ਮੈਂਬਰ ਅਕਾਲੀ ਦਲ ਦੇ ਨਾਲ ਹੈ। ਇਸ ਕਰਕੇ ਉਹ ਕਹਿੰਦੇ ਜੇ ਉਹ ਜੋ ਵੀ ਫੈਸਲਾ ਲੈਂਦੇ ਹੈ ਉਹਨਾਂ ਦਾ ਫੈਸਲਾ ਅਕਾਲੀ ਦਲ ਦੇ ਨਾਲ ਸਹਿਮਤ ਹੁੰਦੇ ਹੀ ਹੁੰਦੇ ਆ, ਕਿਉਂਕਿ ਉਹਨਾਂ ਦੁਆਰਾ ਜਿੱਤ ਕੇ ਆਏ ਆ ਤਾਂ ਉਹਨਾਂ ਦੀ ਸਹਿਮਤੀ ਦੇ ਨਾਲ ਹੀ ਪ੍ਰਧਾਨ ਬਣਦਾ ਹੈ, ਥੋਪਿਆ ਨਹੀਂ ਜਾਂਦਾ। ਉਹ ਕਹਿੰਦੇ ਥੋਪਣ ਦੀ ਗੱਲ ਹੈ ਜਿਹੜੀ, ਉਹ ਸਾਨੂੰ ਖਾਮ-ਖਾ ਬਦਨਾਮ ਕਰਨ ਦੀ ਗੱਲ ਹੈ। ਇਹ ਤਾਂ ਉਹਨਾਂ ਦੇ ਮੈਂਬਰ ਹੀ ਕਹਿ ਰਹੇ ਆ। ਦੇਖੋ ਬੀਬੀ ਜਗੀਰ ਕੌਰ ਵੀ ਤਾਂ ਉਹਨਾਂ ਦੇ ਮੈਂਬਰ ਸੀ, ਹੋਰ ਕਿੰਨੇ ਮੈਂਬਰ ਨੇ ਜਿਹੜੇ ਕਹਿ ਰਹੇ ਆ ਕਿ ਸਾਨੂੰ ਪਤਾ ਹੀ ਨਹੀਂ ਹੁੰਦਾ ਵੀ ਪ੍ਰਧਾਨ। ਬੀਬੀ ਜਗੀਰ ਕੌਰ ਵੀ ਕਹਿ ਰਹੇ ਆ ਕਿ ਸਾਨੂੰ ਵੀ ਮੌਕੇ ਤੇ ਪਤਾ ਲੱਗਦਾ ਸੀਗਾ ਵੀ ਸਾਡਾ ਨਾਂ ਜਿਹੜਾ ਹੈਗਾ, ਜਿਹੜੀ ਚਿੱਠੀ ਆਈ ਆ ਬਾਦਲ ਪਰਿਵਾਰ ਦੇ ਵੱਲੋਂ, ਜਦੋਂ ਚਿੱਠੀ ਲਿਫਾਫਾ ਖੁੱਲਦਾ ਤੇ ਉਹਦੇ ਚੋਂ ਪ੍ਰਧਾਨ ਪ੍ਰਗਟ ਹੁੰਦਾ। ਅਸੀਂ ਸ਼ੁਰੂ ਤੋਂ ਇਸੇ ਚੀਜ਼ ਦੀ ਖਿਲਾਫਤ ਕਰਦੇ ਆ ਰਹੇ ਹਾਂ ਕਿ ਅਕਾਲ ਤਖਤ ਸਾਹਿਬ ਦਾ ਜਥੇਦਾਰ ਵੀ ਨਿਰਪੱਖ ਸਾਰੀਆਂ ਸੰਪਰਦਾਵਾਂ, ਗੁਰਦੁਆਰਾ ਕਮੇਟੀਆਂ, ਸੰਸਥਾਵਾਂ ਵੱਲੋਂ ਰਲ ਕੇ ਜਿਹੜਾ ਚੁਣਨਾ ਚਾਹੀਦਾ, ਤੇ ਇਸੇ ਤਰ੍ਹਾਂ ਚੁਣੇ ਹੋਏ ਮੈਂਬਰਾਂ ਦੇ ਵੱਲੋਂ ਪ੍ਰਧਾਨ ਚੁਣਨਾ ਚਾਹੀਦਾ। ਬਾਦਲ ਪਰਿਵਾਰ ਨੇ ਜਿਸ ਤਰ੍ਹਾਂ ਸਾਡੀਆਂ ਇਹਨਾਂ ਸੰਸਥਾਵਾਂ ਤੇ ਕਾਬਜ ਹੋ ਕੇ ਸਿਧਾਂਤਾਂ ਦਾ ਘਾਣ ਕੀਤਾ, ਢਹਿ ਢੇਰੀ ਕੀਤਾ, ਕਿ ਸ਼੍ਰੋਮਣੀ ਕਮੇਟੀ ਨੂੰ ਕਹਿਤਾ ਜੀ ਐਗਜ਼ੈਕਟਿਵ ਨੂੰ ਵੀ ਆ ਜਿਹੜਾ ਹੈਗਾ ਜਥੇਦਾਰ ਲਾ ਦਿਓ, ਇਹਨੂੰ ਹਟਾ ਦਿਓ। ਫਿਰ ਸੌਦਾ ਸਾਧ ਨੂੰ ਮਾਫੀਨਾਮਾ ਜਥੇਦਾਰਾਂ ਨੂੰ ਕੋਠੀ ਸੱਦ ਕੇ ਦਵਾਤਾ, ਤੇ ਫਿਰ ਉਹਨੂੰ ਸਿੱਧ ਕਰਾਉਣ ਲਈ 90-95 ਲੱਖ ਦੇ ਇਸ਼ਤਿਹਾਰ ਗੁਰੂ ਕੀ ਗੋਲਕ ਚੋਂ ਦੇ ਦਿੱਤੇ ਵੀ ਇਹ ਮਾਫੀਨਾਮਾ ਸਹੀ ਹੋਇਆ, ਇਹਨੂੰ ਕੌਮ ਮੰਨੇ। ਕੌਮ ਫਿਰ ਨਹੀਂ ਮੰਨਦੀ ਤੇ ਫਿਰ ਉਹ ਰੱਦ ਕਰਵਾਇਆ ਜਾਂਦਾ। ਵੀ ਇਹੋ ਜਿਹਾ ਜਿਹੜਾ ਸਾਰਾ ਕੁਝ ਕਲਚਰ ਬਾਦਲ ਪਰਿਵਾਰ ਵੱਲੋਂ ਨਿੱਜੀ ਸਿਆਸੀ ਲਾਹਾ ਲੈਣ ਵਾਸਤੇ ਇਹਨਾਂ ਸੰਸਥਾਵਾਂ ਨੂੰ ਰਖੇਲਾਂ ਦੀ ਤਰ੍ਹਾਂ ਵਰਤਿਆ ਜਾਂਦਾ, ਇਹਦੇ ਨਾਲ ਪੰਥ ਦੇ ਜਿਹੜੇ ਸਿਧਾਂਤ ਆ, ਇੰਸਟੀਟਿਊਸ਼ਨ ਆ, ਇਹਨਾਂ ਦਾ ਨੁਕਸਾਨ ਹੁੰਦਾ ਵਾ। ਤੇ ਇਸ ਕਾਰਨ ਕਰਕੇ ਬਾਦਲ ਪਰਿਵਾਰ ਦੀ ਮਨੋਪਲੀ ਤੋੜਨ ਵਾਸਤੇ ਸਾਰੀਆਂ ਸੰਸਥਾਵਾਂ ਨੂੰ ਮਿਲ ਕੇ ਹੰਬਲਾ ਮਾਰਨਾ ਚਾਹੀਦਾ। ਸਾਰੇ ਮੈਂਬਰ ਹੁਣ ਉਹ ਕਹਿੰਦੇ ਵੀ ਅਕਾਲੀ ਦਲ ਦੀ ਟਿਕਟ ਤੇ ਚੁਣੇ ਹੋਏ ਮੈਂਬਰ ਆ, ਤੇ ਬੀਬੀ ਜਗੀਰ ਕੌਰ ਵੀ ਤਾਂ ਉਹਨਾਂ ਦੀ ਚੁਣੀ ਹੋਈ। ਜੇ ਉਹਨੇ ਦਾਅਵਾ ਕੀਤਾ ਵਾ ਤਾਂ ਇਹ ਲਿਫਾਫਾ ਕਲਚਰ ਖਤਮ ਹੋਣਾ ਚਾਹੀਦਾ ਤੇ ਮੈਂਬਰਾਂ ਨੂੰ ਫੈਸਲਾ ਲੈਣ ਦੇਣਾ ਚਾਹੀਦਾ ਹੀ। ਫਿਰ ਬਾਦਲ ਨੇ ਹੁਣ ਅਨੁਸ਼ਾਸਨੀ ਕਾਰਵਾਈ ਦੇ ਨਾਂ ਤੇ ਬੀਬੀ ਨੂੰ ਮੁਅੱਤਲ ਕਿਉਂ ਕੀਤਾ? ਇੱਥੋਂ ਪਤਾ ਲੱਗਦਾ ਕਿ ਹੁਣ ਸ਼੍ਰੋਮਣੀ ਅਕਾਲੀ ਦਲ ਵੀ ਹੈ, ਚਾਹੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ, ਬਾਦਲ ਜਿਹੜੀ ਮਨੋਪਲੀ ਉਹਨੂੰ ਮੰਨਣ ਵਾਸਤੇ ਤਿਆਰ ਨਹੀਂ ਹੈ। ਉਹਨਾਂ ਦੀ ਗੁਲਾਮੀ ਤੋਂ ਮੁਕਤ ਹੋਣਾ ਚਾਹੁੰਦੇ ਆ। ਜਿਵੇਂ ਸਾਡੇ ਹਰਿਆਣੇ ਦੇ ਸਿੱਖਾਂ ਨੇ ਹਰਿਆਣੇ ਦੇ ਨੇ ਐਲਾਨ ਕਰਤਾ, ਉਹਨਾਂ ਨੇ ਹਰਿਆਣਾ ਅਕਾਲੀ ਦਲ ਵੱਖਰਾ ਜਿਹੜਾ ਹੈਗਾ ਬਣਾ ਲਿਆ। ਇਹਨਾਂ ਨੂੰ ਛੱਡ ਕੇ ਜਿਹੜਾ ਅਸੀਂ ਐਲਾਨ ਕਰਕੇ ਹਰਿਆਣੇ ਦੀ ਵੱਖਰੀ ਕਮੇਟੀ ਬਣ ਗਈ ਆ। ਹਰਿਆਣੇ ਦੇ ਆਪ ਨੂੰ ਆਜ਼ਾਦ ਮਹਿਸੂਸ ਕਰ ਰਹੇ ਆ ਬਾਦਲਾਂ ਤੋਂ ਵੀ। ਅੱਗੇ ਆਉਂਦੇ ਸੀਗੇ ਜਦੋਂ ਇਲੈਕਸ਼ਨ ਆਉਂਦੀ, ਕਦੇ ਕਿਸੇ ਪਾਰਟੀ ਨਾਲ ਸੌਦਾ ਕਰ ਜਾਂਦੇ ਸਿੱਖਾਂ ਦਾ, ਕਦੇ ਕਿਸੇ ਪਾਰਟੀ ਨਾਲ ਕਰ ਜਾਂਦੇ ਸੀ। ਤਾਂ ਹੁਣ ਜਿਹੜੇ ਸਿੱਖ ਆ, ਆਪਣਾ ਇੱਕ ਧਾਰਮਿਕ ਪਲੇਟਫਾਰਮ ਬਣ ਗਿਆ, ਇਹਦੇ ਤੇ ਆਪਣਾ ਜਿਹੜੇ ਫੈਸਲੇ ਆ ਹੁਣ ਖੁਦ ਹਰਿਆਣੇ ਦੇ ਸਿੱਖ ਲੈਣਗੇ, ਆਪਣੀ ਸੇਵਾ ਸੰਭਾਲ ਕਰਨਗੇ। ਆਪਣਾ ਸ਼੍ਰੋਮਣੀ ਅਕਾਲੀ ਦਲ ਹਰਿਆਣਾ ਸਟੇਟ ਬਣਾ ਰਹੇ ਆ। ਸੋ ਬਾਦਲਾਂ ਦੀ ਗੁਲਾਮੀ ਤੋਂ ਮੁਕਤ ਹੋ। ਇਸੇ ਤਰ੍ਹਾਂ ਜਿਹੜੇ ਪੰਜਾਬ ਦੇ ਸਿੱਖ ਆ, ਦੇਖੋ ਪੰਥ ਤੇ ਪੰਜਾਬ ਨੇ ਬਾਦਲ ਪਰਿਵਾਰ ਨੂੰ ਨਕਾਰ ਦਿੱਤਾ। ਸਰਕਾਰ ਤਾਂ ਕੀ ਵਿਰੋਧੀ ਧਿਰ ਜੋਗੇ ਨਹੀਂ ਛੱਡੇ, 2-3 ਸੀਟਾਂ ਤੇ ਰਹਿ ਗਏ, ਉਹਨਾਂ 'ਚ ਵੀ ਬਗਾਵਤ ਆ। ਤੇ ਬਾਦਲ ਪਰਿਵਾਰ ਦਾ ਹੁਣ ਤੋਰ ਲੱਗਾ ਹੋਇਆ। ਮੈਨੂੰ ਤਾਂ ਇੱਥੋਂ ਤੱਕ ਵੀ ਪਤਾ ਲੱਗਾ ਕਿ ਖਰੀਦੋ ਫਰੋਖਤ ਕਰਨ ਤੇ ਵੀ ਲੱਗੇ ਹੋਏ ਆ ਮੈਂਬਰਾਂ ਨੂੰ। ਵੀ ਇੱਕੋ ਹੀ ਸੰਸਥਾ ਸਾਡੇ ਕੋਲ ਰਹਿ ਗਈ ਆ। ਪੰਜਾਬ ਦੀ ਸਰਕਾਰ ਜਾਂਦੀ ਰਹੀ, ਹਰਿਆਣਾ ਕਮੇਟੀ ਜਾਂਦੀ ਰਹੀ, ਫਿਰ ਦਿੱਲੀ ਕਮੇਟੀ ਜਾਂਦੀ ਰਹੀ, ਦਿੱਲੀ ਦਾ ਅਕਾਲੀ ਦਲ ਜਾਂਦਾ ਰਿਹਾ। ਵੀ ਹੁਣ ਇਹ ਸ਼੍ਰੋਮਣੀ ਕਮੇਟੀ ਨਾ ਕਿਸੇ ਤਰ੍ਹਾਂ ਸਾਡੇ ਤੋਂ ਚਲੀ ਜਾਵੇ। ਇਸ ਕਾਰਨ ਕਰਕੇ ਹਰ ਤਰ੍ਹਾਂ ਦਾ ਹੀਲਾ ਜਿਹੜਾ ਬਾਦਲ ਪਰਿਵਾਰ ਵੱਲੋਂ ਵਰਤਿਆ ਜਾ ਰਿਹਾ। ਪਰ ਮੈਨੂੰ ਲੱਗਦਾ ਕਿ ਜਿਸ ਤਰ੍ਹਾਂ ਮੈਂਬਰਾਂ ਨੇ ਤਹਈਆ ਕਰ ਲਿਆ, ਇਸ ਵਾਰ ਲੱਗਦਾ ਹੈ ਕਿ ਮੈਂਬਰ ਸਾਰੇ ਜ਼ਮੀਰ ਦੀ ਆਵਾਜ਼ ਪਛਾਣ ਕੇ ਬਾਦਲ ਪਰਿਵਾਰ ਦੀ ਮਨੋਪਲੀ ਜਿਹੜੀ ਆ ਤੋੜ ਕੇ ਤੇ ਸ਼੍ਰੋਮਣੀ ਕਮੇਟੀ ਨੂੰ ਬਾਦਲ ਪਰਿਵਾਰ ਤੋਂ ਆਜ਼ਾਦ 9 ਤਰੀਕ ਨੂੰ ਲੱਗਦਾ ਵੀ ਕਰਾਉਣਗੇ। ਦਾਦੂ ਸਾਹਿਬ, ਤੁਹਾਡਾ ਸਮਾਂ ਵੀ ਬੜਾ ਕੀਮਤੀ ਹੈ, ਪਰ ਜਿਹੜਾ ਸਵਾਲ ਕੀਤਾ ਜਾ ਰਿਹਾ ਉਹ ਵੀ ਜ਼ਰੂਰੀ ਹੈ। ਦਰਸ਼ਕ ਜਿਹੜੇ ਤੁਹਾਨੂੰ ਸੁਣ ਰਹੇ ਆ ਤੇ ਦੇਖ ਰਹੇ ਆ, ਜਦੋਂ ਆਪਾਂ ਗੱਲ ਕਰਦੇ ਹਾਂ ਸੰਸਥਾਵਾਂ ਨੂੰ ਆਜ਼ਾਦ ਕਰਨ ਦੀ, ਤਾਂ ਅਕਾਲੀ ਦਲ ਦੀ ਜਿਹੜੀ ਅਗਵਾਈ ਕਰ ਰਹੇ ਇਸ ਵੇਲੇ ਸੁਖਬੀਰ ਬਾਦਲ ਜਾਂ ਦੂਜੇ ਆਗੂ, ਉਹ ਲਗਾਤਾਰ ਇਹ ਕਹਿ ਰਹੇ, ਜੇ ਹਰਿਆਣਾ ਕਮੇਟੀ ਦੀ ਗੱਲ ਕਰ ਲਓ ਜੀ, ਕਹਿੰਦੇ ਹੁਣ ਇਹ ਸਰਕਾਰ ਦੀ ਝੋਲੀ 'ਚ ਜਾ ਪਈ, ਖੱਟੜ ਦੀ ਝੋਲੀ ਜਾ ਪਈ, ਭਾਜਪਾ ਦੀ ਝੋਲੀ ਜਾ ਪਈ, ਇੱਦਾਂ ਦੇ ਦੋਸ਼ ਲੱਗ ਰਹੇ। ਦੇਖੋ ਸਿੱਧੂ ਸਾਹਿਬ, ਇਹ ਤਾਂ ਬਾਦਲ ਪਰਿਵਾਰ ਦੀ ਸ਼ੁਰੂ ਤੋਂ ਨੀਅਤ ਰਹੀ ਹੈ। ਪਹਿਲਾਂ ਜਦੋਂ ਉਹਨਾਂ ਦਾ ਅਲਾਇੰਸ ਸੀਗਾ ਬੀਜੇਪੀ ਦੇ ਨਾਲ, ਉਦੋਂ ਹਰੇਕ ਜਿਹੜਾ ਵੀ ਕੋਈ ਸਿੱਖ ਸਿਧਾਂਤਾਂ ਦੀ ਗੱਲ ਕਰਦਾ ਸੀ, ਬਾਦਲ ਪਰਿਵਾਰ ਦੀ ਮਨੋਪਲੀ ਤੋਂ ਪਰੇ ਹੋ ਕੇ ਉਹਨੂੰ ਕਹਿੰਦੇ ਸੀ ਇਹ ਕਾਂਗਰਸ ਦੀ ਬੀ ਟੀਮ ਹੈ। ਹੁਣ ਕਾਂਗਰਸ ਦੀ ਬੀ ਟੀਮ ਕਹਿਣਾ ਉਹਨਾਂ ਨੇ ਛੱਡਤਾ। ਹੁਣ ਉਹਨਾਂ ਦਾ ਬੀਜੇਪੀ ਨਾਲ ਅਲਾਇੰਸ ਨਹੀਂ ਆ। ਹੁਣ ਉਹ ਕਹਿ ਦਿੰਦੇ ਇਹ ਤਾਂ ਬੀਜੇਪੀ ਦੀ ਟੀਮ ਹੈ, ਇਹ ਤਾਂ ਆਰਐਸਐਸ ਦੇ ਬੰਦੇ ਆ। ਹੁਣ ਉਹਨਾਂ ਦੇ ਕੋਲੇ ਇਹੀ ਹੈ
4 ਦਿਨਾਂ ਨੂੰ ਜੇ ਕਿਤੇ ਖੁਦਾ ਨਾ ਖਾਸਤਾ ਇਹਨਾਂ ਦਾ ਅਲਾਈਅੰਸ ਮੁੜ ਕੇ ਬੀਜੇਪੀ ਦੇ ਨਾਲ ਹੋ ਜਾਂਦਾ ਤਾਂ ਇਹਨਾਂ ਨੇ ਫਿਰ ਪੰਥਕ ਬੰਦਿਆਂ ਨੂੰ ਕਾਂਗਰਸ ਦੀ ਬੀ ਟੀਮ ਕਹਿਣਾ ਸ਼ੁਰੂ ਕਰ ਦੇਣਾ। ਇਹ ਇਹਨਾਂ ਦੀ ਸ਼ੁਰੂ ਤੋਂ ਨੀਅਤ ਰਹੀ ਹੈ। ਪਰ ਮੈਂ ਸਮਝਦਾ ਕਿ ਜਿਹੜੇ ਪੰਥਕ ਬੰਦੇ ਆ ਉਹਨਾਂ ਨੂੰ ਬਾਦਲ ਪਰਿਵਾਰ ਤੋਂ ਸਰਟੀਫਿਕੇਟ ਲੈਣ ਦੀ ਲੋੜ ਨਹੀਂ ਆ ਵੀ ਉਹ ਕਿੰਨੇ ਸਿੱਖ ਆ ਤੇ ਕਿੰਨੇ ਨਹੀਂ ਆ। ਸਿੱਖੀ ਸਿਧਾਂਤਾਂ ਦੀ ਗੱਲ ਕਰਨੀ, ਸਿੱਖੀ ਦੇ ਵਾਸਤੇ ਕੰਮ ਕਰਨਾ, ਇਹ ਜਿਹੜੇ ਸਿੱਖ ਸੋਚ ਵਾਲੇ ਬੰਦੇ ਆ ਉਹ ਸ਼ੁਰੂ ਤੋਂ ਕਰਦੇ ਆਏ ਆ। ਉਹਨਾਂ ਨੂੰ ਬਾਦਲ ਪਰਿਵਾਰ ਤੋਂ ਸਰਟੀਫਿਕੇਟ ਦੀ ਲੋੜ ਨਹੀਂ। ਹੁਣ ਤੁਸੀਂ ਦੇਖੋ, ਹੁਣ ਜੇ ਬੀਬੀ ਇਹਨਾਂ ਦੇ ਨਾਲ ਹੀ ਸੀ, ਉਹਨੇ ਤੇ ਪ੍ਰਧਾਨਗੀ ਦਾ ਦਾਅਵਾ ਕਰਤਾ, ਹੁਣ ਕਹਿਣ ਲੱਗੇ ਬੀਬੀ ਨੂੰ ਭਾਜਪਾ ਨੇ ਹੱਥਾਂ ਤੇ ਚੱਕ ਲਿਆ ਜੀ। ਬੀਬੀ ਤੇ ਭਾਜਪਾ ਕਦੇ ਲਾਲਪੁਰਾ ਸਾਹਿਬ ਮਿਨੋਰਟੀ ਕਮਿਸ਼ਨ ਦੇ ਚੇਅਰਮੈਨ ਦਾ ਨਾਂ ਲੈਂਦੇ ਆ, ਕਦੇ ਕਿਸੇ ਦਾ ਨਾਂ ਲੈਂਦੇ ਆ। ਕਾਰਨ ਇਹ ਹੁੰਦਾ ਇਹਨਾਂ ਦਾ ਕਿ ਇਹਨਾਂ ਨੂੰ ਪੰਥ ਦੇ ਵਿੱਚ ਇਸ ਤਰ੍ਹਾਂ ਕਹਿ ਕੇ ਭੰਡਿਆ ਜਾਵੇ, ਵੀ ਗੁੰਮਰਾਹਕੁਨ ਪ੍ਰਚਾਰ ਕੀਤਾ ਜਾਵੇ ਲੋਕਾਂ ਦੇ ਵਿੱਚ। ਜਿਸ ਤਰ੍ਹਾਂ ਕਹਾਵਤ ਆ, ਕਹਿੰਦੇ 99 ਵਾਰ ਬੋਲਿਆ ਝੂਠ, 100ਵੀਂ ਵਾਰੀ ਸੱਚ ਲੱਗਣ ਲੱਗ ਜਾਂਦਾ। ਇਹ ਬਾਰ-ਬਾਰ ਇਹਨਾਂ ਨੇ ਆਪਣੇ ਸੁਪਾਹ ਸਲਾਰ ਲਾਏ ਹੋਏ ਆ ਝੂਠ ਬੋਲਣ ਦੇ, ਵੀ ਤੁਸੀਂ ਕਹੋ ਵੀ ਇੱਥੇ ਜੀ ਬੀਜੇਪੀ ਆ ਗਈ ਜੀ, ਇੱਥੇ RSS ਆ ਗਈ ਜੀ, ਏਦਾਂ ਕਹਿ ਕੇ ਵੀ ਸੰਗਤਾਂ ਨੂੰ ਗੁੰਮਰਾਹ ਕਰੋ, ਸੰਗਤਾਂ ਦੀਆਂ ਭਾਵਨਾਵਾਂ ਭੜਕਾਓ। ਪਰ ਅੱਜ ਸਾਰੇ ਸਿੱਖ ਸਮਝਦੇ ਆ, ਉਹਨਾਂ ਨੂੰ ਇਹ ਵੀ ਪਤਾ ਕਿ ਬੀਜੇਪੀ ਕੀ ਕਰ ਰਹੀ ਆ ਤੇ ਬਾਦਲ ਪਰਿਵਾਰ ਕੀ ਕਰ ਰਿਹਾ। ਜੋ ਬਾਦਲ ਪਰਿਵਾਰ ਨੇ ਪੰਥ ਤੇ ਪੰਜਾਬ ਦਾ ਨੁਕਸਾਨ ਕੀਤਾ ਉਹ ਤੁਹਾਡੇ ਸਾਹਮਣੇ ਆ। ਕਿ ਜਿੰਨਾ ਚਿਰ ਬਾਦਲ ਪਰਿਵਾਰ ਬੀਜੇਪੀ ਤੇ RSS ਦੇ ਨਾਲ ਰਿਹਾ, ਉਹਨਾਂ ਚਿਰ ਬੀਜੇਪੀ ਤੇ RSS ਬਿਲਕੁਲ ਠੀਕ ਸੀਗੀ। ਅੱਜ RSS ਤੇ ਬੀਜੇਪੀ ਦਾ ਜੇ ਬਾਦਲ ਪਰਿਵਾਰ ਦੇ ਨਾਲ ਸਾਂਝ ਨਹੀਂ ਰਹੀ, ਸਿਆਸੀ ਅਲਾਈਅੰਸ ਨਹੀਂ ਰਿਹਾ, ਤੇ ਅੱਜ ਇਹ ਉਹਨਾਂ ਨੂੰ ਮਾੜਾ ਕਹਿੰਦੇ ਆ। ਸੋ ਇਹ ਸਾਰਾ ਕੌਮ ਜਾਣਦੀ ਆ, ਪੰਥ ਜਾਣਦਾ ਵਾ। ਇਹ ਕਦੇ ਕਾਂਗਰਸ ਦੀ ਬੀ ਟੀਮ ਕਹਿੰਦੇ ਪੰਥਕ ਬੰਦਿਆਂ ਨੂੰ, ਕਦੇ RSS ਬੀਜੇਪੀ ਦੀ ਟੀਮ ਕਹਿੰਦੇ ਆ। ਇਹ ਬਾਦਲਾਂ ਦਾ ਜਿਹੜਾ ਸੱਚ ਆ ਇਹ ਨੰਗਾ ਹੋ ਚੁੱਕਾ ਵਾ ਦੁਨੀਆ ਦੇ ਸਾਹਮਣੇ। ਇਹਨਾਂ ਦਾ ਜਿਹੜਾ ਪਰਦਾ ਉਹ ਫਾਸ਼ ਹੋ ਚੁੱਕਾ ਵਾ। ਹੁਣ ਇਹ ਕੋਈ ਗੱਲ ਕਰ ਲੈਣ ਤੇ ਜਿਹੜਾ ਪੰਥ ਤੇ ਪੰਜਾਬ ਦਾ ਜਵਾਬ ਹੁੰਦਾ ਤੁਸੀਂ ਪੜ੍ਹ ਤੇ ਸੁਣ ਸਕਦੇ ਆ। ਪੰਥ ਤੇ ਪੰਜਾਬ ਹੁਣ ਸਾਰੀ ਗੱਲ ਨੂੰ ਇਹਨਾਂ ਦੀ ਨੂੰ ਸਮਝਦਾ ਕਿ ਜਿਸ ਤਰ੍ਹਾਂ ਬਾਦਲ ਪਰਿਵਾਰ ਨੇ ਰਾਜਨੀਤੀ ਕੀਤੀ ਆ, ਪਹਿਲਾਂ ਗੰਦੀ ਸਿਆਸਤ ਕੀਤੀ ਆ, ਹੁਣ ਪੰਥ ਤੇ ਪੰਜਾਬ ਦੇ ਲੋਕ ਜਿਹੜੇ ਆ ਇਹਨਾਂ ਦੀ ਇਸ ਗੰਦੀ ਸਿਆਸਤ ਦਾ ਸ਼ਿਕਾਰ ਨਹੀਂ ਹੋਣਗੇ। ਇਹਨਾਂ ਦੀ ਰਗ ਨੂੰ ਆ, ਹੁਣ ਇਹਨਾਂ ਦੇ ਕਣ ਤੋਂ ਜਾਣੂ ਆ। ਇਹਨਾਂ ਦੀ ਹਰ ਗੱਲ ਜਿਹੜੀ ਆ ਨਾ ਉਹਦੇ ਤੋਂ ਪੰਥ ਤੇ ਪੰਜਾਬ ਜਾਣੂ ਆ। ਹੁਣ ਇਹਨਾਂ ਦੀਆਂ ਗੱਲਾਂ ਤੇ ਗੁੰਮਰਾਹ ਨਹੀਂ ਹੋਣਗੇ। ਜੀ ਬਹੁਤ ਬਹੁਤ ਧੰਨਵਾਦ ਦਾਦੂਵਾਲ ਸਾਹਿਬ, ਤੁਸੀਂ ਸਾਨੂੰ ਇਹਨਾਂ ਸਮਾਂ ਦਿੱਤਾ, ਬਹੁਤ ਮਿਹਰਬਾਨੀ। ਇਹ ਸਨ ਜਥੇਦਾਰ ਬਲਜੀਤ ਸਿੰਘ ਦਾਦੂਵਾਲ, ਜਿਨ੍ਹਾਂ ਨੇ ਪੰਥਕ ਮੁੱਦਿਆਂ ਤੇ ਖੁੱਲ੍ਹ ਕੇ ਬੇਬਾਕ ਟਿੱਪਣੀਆਂ ਕੀਤੀਆਂ ਔਰ ਵੱਡਾ ਇਸ਼ਾਰਾ ਕੀਤਾ ਕਿ ਆਉਣ ਵਾਲੇ ਦਿਨਾਂ 'ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਨੂੰ ਜੇ ਆਪਾਂ ਦੇਖੀਏ ਤਾਂ ਜਿਹੜੇ ਪੰਥਕ ਸਮੀਕਰਨ ਹੈ ਉਹ ਬਦਲ ਵੀ ਸਕਦੇ ਆ ਔਰ ਸਿੱਧੇ ਤੌਰ 'ਤੇ ਚੁਣੌਤੀ ਬਣ ਸਕਦੇ ਆ ਸੁਖਬੀਰ ਬਾਦਲ ਦੀ ਲੀਡਰਸ਼ਿਪ ਲਈ। ਖੈਰ, ਆਉਣ ਵਾਲਾ ਸਮਾਂ ਦੱਸੇਗਾ ਕਿਹੜੀ ਚੁਣੌਤੀ ਨੂੰ ਕੌਣ ਪਾਰ ਕਰਦਾ। ਇਹਨਾਂ ਮੁੱਦਿਆਂ 'ਤੇ ਆਉਣ ਲਈ ਅਸੀਂ ਦਾਦੂਵਾਲ ਜੀ ਦਾ ਧੰਨਵਾਦੀ ਹਾਂ ਤੇ ਦਰਸ਼ਕ ਬਣੇ ਰਹਿਣਗੇ ਸਾਡੇ ਨਾਲ ਪ੍ਰੋਗਰਾਮਾਂ ਦੇ ਨਾਲ। ਇੰਜੀ ਹੁਣ ਤੁਸੀਂ ਦੇਖ ਸਕਦੇ ਹੋ ਗਲੋਬਲ ਪੰਜਾਬ ਟੀਵੀ ਨੂੰ ਡਾਊਨਲੋਡ ਕਰੋ ਸਾਡੀ ਐਪ ਐਂਡਰੋਇਡ ਜਾਂ iOS ਤੇ ਫ੍ਰੀ ਵਿੱਚ, roku ਅਤੇ Amazon Fire TV ਤੇ ਜਾਂ Apple TV ਤੇ। ਨਾਲ ਹੀ ਦੇਖ ਸਕਦੇ ਹੋ ਲਾਈਵ ਸਟ੍ਰੀਮਿੰਗ www.globalpunjabtv.com ਤੇ।